KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 11 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਜਾਣੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 604 592 9191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਹੈਗਾ ਜੀ ਰੱਖੜੀ ਦਾ ਤਿਉਹਾਰ। ਆਪਣੇ ਸਰੋਤਿਆਂ ਨੂੰ ਅਸੀਂ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਤੇ ਹੁਣ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਸੇ ਆਮ ਹੀ ਤੁਸੀਂ ਸੁਣਿਆ ਹੋਣਾ ਜਿਹੜੀ ਇਹ ਸੇਇੰਗ ਹੈਗੀ ਆ ਹੈਪੀ ਵਾਈਫ ਹੈਪੀ ਲਾਈਫ। ਆਮ ਤੌਰ ਤੇ ਲੋਕੀ ਗੱਲ ਕਰਦੇ ਆ, ਰਾਈਮ ਵੀ ਬੜਾ ਸੋਹਣਾ ਕਰਦਾ ਤੇ ਸਾਰੇ ਹੱਸ ਵੀ ਪੈਂਦੇ ਆ ਵੈਸੇ ਜਦੋਂ ਇਹ ਹੈਪੀ ਵਾਈਫ ਤੇ ਹੈਪੀ ਲਾਈਫ ਕਹਿੰਦੇ ਆ। ਚਾਹੇ ਉਹ ਕਹਿ ਲਓ ਵੀ ਉਹਨਾਂ ਦੇ ਹਾਸੇ ਦੇ ਵਿੱਚ ਕੋਈ ਸਰਕੈਜ਼ਮ ਹੋਵੇ ਤੇ ਚਾਹੇ ਵੈਸੇ ਵੀ, ਹੈ ਨਾ। ਹੁਣ ਨਾ ਇੱਕ ਸਟੱਡੀ ਆਈ ਆ, ਯੂਨੀਵਰਸਿਟੀ ਆਫ ਅਲਬਰਟਾ ਨੇ ਇਹ ਸਟੱਡੀ ਕੀਤੀ ਹੈਗੀ ਆ। ਉਹ ਕਹਿੰਦੇ ਇਹ ਸੇਇੰਗ ਸਰਾਸਰ ਗਲਤ ਆ। ਇਹ ਸੇਇੰਗ ਜਿਹੜੀ ਹੈਗੀ ਆ ਨਾ ਇਹ ਬਿਲਕੁਲ ਹੀ ਰੌਂਗ ਹੈਗੀ ਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਸਟੱਡੀ ਦੇ ਬਾਰੇ 'ਚ? ਦੇਖੋ, ਜੇ ਤਰਕ ਨਾਲ ਦੇਖਦੇ ਆ ਤੇ ਵਾਕਈ ਲੱਗਦਾ ਗਲਤ। ਜੇ ਵਾਈਫ ਹੀ ਇਕੱਲੀ ਖੁਸ਼ ਹੋਵੇ ਤਾਂ ਫਿਰ ਮੈਰਿਜ ਕਿੱਦਾਂ ਖੁਸ਼ ਹੋ ਸਕਦੀ ਹੈ, ਲਾਈਫ ਕਿੱਦਾਂ ਖੁਸ਼ ਹੋ ਸਕਦੀ ਹੈ? ਪਰ ਦੇਖੋ ਡਾਕਟਰ ਸਾਹਿਬ ਜ਼ਿਆਦਾਤਰ ਇਹ ਜਿਹੜੀ ਸੇਇੰਗ ਹੈਗੀ ਆ ਮਰਦਾਂ ਵੱਲੋਂ ਇਸਤੇਮਾਲ ਕੀਤੀ ਜਾਂਦੀ ਆ ਕਿਉਂਕਿ ਇਹ ਰਾਈਮ ਕਰਦੀ ਨਾ, ਤੁਕਬੰਦੀ ਹੈ ਜੀ। ਹਾਂਜੀ, ਹੈਪੀ ਲਾਈਫ ਹੈਪੀ ਵਾਈਫ, ਹੈਪੀ ਵਾਈਫ ਹੈਪੀ ਲਾਈਫ। ਤੇ ਜਿਹਦਾ ਹੁਣ ਹਸਬੈਂਡ ਦੇ ਨਾਲ ਕੋਈ ਤੁਕਬੰਦੀ ਹੈ ਨਹੀਂ ਗੀ। ਹੈਪੀ ਹਸਬੈਂਡ, ਫੰਡ ਖਾਣ ਵਾਲਾ, ਕੁਛ ਕਹਿ ਲਓ ਉਹਨੂੰ, ਤਾਂ ਉਹ ਕਹਿੰਦੇ ਵੀ 50% ਤਾਂ ਵੈਸੇ ਹੀ ਗਲਤ ਹੈ ਇਹ। ਹਾਂਜੀ, ਇਹ ਕਹਾਵਤ ਜੇ ਬਣੀ ਆ ਤਾਂ 50% 50% ਹੀ ਆ। ਵਾਈਫ ਤਾਂ ਫਿਰ ਤੇ ਹਸਬੈਂਡ ਨਹੀਂ ਖੁਸ਼ ਤਾਂ ਫਿਰ ਤੁਹਾਡੀ ਲਾਈਫ ਕਿੱਦਾਂ ਖੁਸ਼ ਹੋ ਸਕਦੀ? ਹਾਂਜੀ, ਉਹ ਇੱਕ ਮਜ਼ਾਕ ਸੁਣਾਉਂਦੇ ਹੁੰਦੇ ਪੰਜਾਬੀ ਦੇ ਵਿੱਚ ਕਿ ਕੋਈ ਮਹਿਮਾਨ ਗਿਆ ਕਿਸੇ ਦੇ ਘਰ। ਉਹਨੇ ਦੇਖਿਆ ਕਿ ਜਦੋਂ ਉਹ ਘਰ ਵਾਲਾ ਬੰਦਾ ਆਪਣੇ ਰਸੋਈ ਦੇ ਵਿੱਚ ਜਾਇਆ ਕਰੇ ਤਾਂ ਉਹ ਜਾਂ ਉਹ ਹੱਸੇ, ਕਦੇ ਉਹਦੀ ਵਾਈਫ ਹੱਸੇ। ਉਦੋਂ ਪਤੀ ਪਤਨੀ ਹੱਸਦੇ ਖੇਡਦੇ ਉਹ ਬੰਦੇ ਨੂੰ ਬੜੀ ਹੈਰਾਨੀ ਹੋਈ ਵੀ ਦੇਖੋ ਇੰਨਾ ਹਾਸਾ ਮੈਂ ਦੇਖਿਆ ਨਹੀਂ। ਲੜਦੇ ਹੀ ਹੁੰਦੇ ਜ਼ਿਆਦਾ ਤੌਰ ਤੇ, ਕਿਸੇ ਨੇ ਤਾਨੇ ਮੇਣੇ ਮਾਰਦੇ ਦੇਖਿਆ ਜਾਂ ਚੁੱਪ ਕਰਕੇ ਤੁਰੇ ਫਿਰਦੇ। ਹਾਂਜੀ, ਉਹਨੇ ਫਿਰ ਦੱਸ ਹੀ ਦਿੱਤਾ, ਕਹਿੰਦਾ ਭਾਜੀ ਮੈਂ ਤੁਹਾਡੇ ਘਰ ਆਇਆ ਤਾਂ ਖੁਸ਼ੀ ਦੀ ਗੱਲ ਇਹ ਆ ਵੀ ਮੈਨੂੰ ਇਹ ਹੈਰਾਨੀ ਹੋਈ ਕਿ ਤੁਸੀਂ ਇੱਕ ਭਾਬੀ ਜੀ ਵੀ ਹੱਸਦੇ ਆ, ਤੁਸੀਂ ਵੀ ਹੱਸਦੇ ਆ, ਬੜੀ ਤੁਹਾਡੀ ਅਜੀਬ ਮੈਰਿਜ ਹੈ। ਉਹ ਕਹਿੰਦਾ ਤੈਨੂੰ ਭੁਲੇਖਾ ਹੀ ਆ। ਕਹਿੰਦਾ ਮੈਂ ਜਦੋਂ ਰਸੋਈ ਦੇ ਵਿੱਚ ਜਾਣਾ ਨਾ ਤਾਂ ਵਾਈਫ ਮੇਰੀ ਬੇਲਣਾ ਮਾਰਦੀ ਹੈ। ਜੇ ਤਾਂ ਮੇਰੇ ਲੱਗ ਜਾਂਦਾ ਆ ਤਾਂ ਉਹ ਹੱਸਦੀ ਆ, ਤਾਂ ਜੇ ਮੈਂ ਉਹਨੂੰ ਝਾਨੀ ਦੇ ਕੇ ਵੱਜ ਜਾਂਦਾ ਫਿਰ ਮੈਂ ਹੱਸਦਾ। ਇਹ ਰਾਜ਼ ਆ ਉਹਨਾਂ ਦੀ। ਵਿਆਹਤਾ ਜੀਵਨ ਦੇ ਵਿੱਚ ਜਿਹੜੀਆਂ ਖੁਸ਼ੀਆਂ ਉਹਨਾਂ ਨੂੰ ਨਜ਼ਰ ਆਉਂਦੀਆਂ ਸੀ ਗੁਆਂਢੀਆਂ ਨੂੰ ਉਹਦਾ। ਹੁਣ ਤੁਸੀਂ ਦੇਖੋ ਜਦੋਂ ਸ਼ਾਦੀ ਹੁੰਦੀ ਆ ਸਾਡੇ ਖਾਸ ਤੌਰ ਤੇ ਲਾਵਾਂ ਦੇ ਵੇਲੇ, ਉਸ ਵੇਲੇ ਗਿਆਨੀ ਜ਼ਰੂਰ ਕਹਿਣਗੇ, ਹਰ ਇੱਕ ਮੈਰਿਜ ਤੇ ਤੁਹਾਨੂੰ ਸੁਣਨ ਨੂੰ ਮਿਲਦਾ ਕਿ ਤੁਸੀਂ ਹੁਣ ਗੱਡੇ ਦੇ 2 ਪਹੀਏ ਆ ਤਾਂ ਤੁਸੀਂ ਬਰਾਬਰ ਚੱਲਣਾ। ਹਾਂਜੀ, ਹੁਣ ਸਿੱਧੀ ਗੱਲ ਤਾਂ ਸੋਚਣ ਵਾਲੀ ਇਹ ਹੈ ਵੀ ਪਹੀਆਂ 'ਚ ਤਾਂ ਇਨਸਾਨ 'ਚ ਫਰਕ ਹੁੰਦਾ। ਹਾਂਜੀ, ਅਸੀਂ ਪਹੀਏ ਨਹੀਂ ਆ। ਹਾਂਜੀ, ਇਨਸਾਨ ਦੇ ਵਿੱਚ ਆਪਣਾ ਮਨਮਰਜ਼ੀ ਹੁੰਦੀ ਆ ਜਿਹੜੀ ਕਿ ਪਹੀਆਂ ਦੇ ਵਿੱਚ ਮਨਮਰਜ਼ੀ ਨਹੀਂ ਹੁੰਦੀ। ਹਾਂਜੀ, ਉਹਨਾਂ ਨੂੰ ਤਾਂ ਜਿੱਧਰ ਨੂੰ ਲਿਜਾਓਗੇ ਤਾਂ ਉਧਰ ਨੂੰ ਜਾਣਾ ਉਹਨਾਂ ਨੇ। ਹਾਂਜੀ, ਤੇ ਇੱਕ ਸਮਾਜ ਬਾਰੇ ਇੱਕ ਦਿੱਤੀ ਆ ਥਿਊਰੀ। ਇਟਾਲੀਅਨ ਸੋਸ਼ਲ ਸਾਇੰਟਿਸਟ ਹੁੰਦੇ ਸੀ ਪਰੇਟੋ ਤੇ ਮੋਸਕਾ। ਉਹਨਾਂ ਨੇ ਕਿਹਾ ਕਿ ਲੋਕੀ ਆਮ ਤੌਰ ਤੇ ਗੱਲ ਕਰਦੇ ਨਾ ਅਸੀਂ ਬਰਾਬਰਤਾ ਹੋਣੀ ਚਾਹੀਦੀ ਸਮਾਜ ਦੇ ਵਿੱਚ। ਫੈਮਿਲੀ ਦੇ ਵਿੱਚ ਵੀ ਅਸੀਂ ਇਹੀ ਕਹਿੰਦੇ ਕਿ ਬਰਾਬਰਤਾ ਹੋਣੀ ਚਾਹੀਦੀ ਹੈ। ਹਾਂਜੀ, ਉਹ ਕਹਿੰਦੇ ਕਿ ਇਹ ਬਰਾਬਰਤਾ ਪੋਸੀਬਲ ਨਹੀਂ ਹੈ ਕਿਉਂਕਿ ਕੁਝ ਲੋਕਾਂ ਦੇ ਫਿਜ਼ੀਕਲ ਤੇ ਮੈਂਟਲ ਐਟਰੀਬਿਊਟਸ ਦੂਸਰਿਆਂ ਨਾਲੋਂ ਚੰਗੇ ਹੁੰਦੇ ਆ। ਹਾਂਜੀ, ਉਹਨਾਂ ਨੇ ਇਹ ਕਿਹਾ ਵੀ ਦੇਖੋ ਤੁਸੀਂ
ਜੇ ਸਾਰਿਆਂ ਲੋਕਾਂ ਨੂੰ ਬਰਾਬਰ ਦੇ ਪੈਸੇ ਵੰਡ ਕੇ ਬਰਾਬਰ ਦੇ ਰੁਤਬੇ ਵੰਡ ਕੇ ਤੁਸੀਂ ਸਮਾਜ ਪੈਦਾ ਕਰਦੇ ਹੋ ਤਾਂ 10 ਸਾਲਾਂ ਬਾਅਦ ਦੇਖਿਓ ਜਾ ਕੇ ਪੈਸਾ ਵੀ ਥੋੜੇ ਜਿਹੇ ਬੰਦਿਆਂ ਦੇ ਹੱਥ 'ਚ ਹੋਣਾ ਹੈ ਤੇ ਤਾਕਤ ਵੀ ਥੋੜੇ ਜਿਹੇ ਬੰਦਿਆਂ ਦੇ ਹੱਥ 'ਚ ਹੋਣੀ ਹੈ। ਤੁਸੀਂ ਦੇਖ ਲਿਓ ਐਲੀਟ, ਉਹਨਾਂ ਦੇ ਐਲੀਟ ਥਿਊਰਿਸਟ ਆ, ਉਹ ਐਲੀਟ ਦੱਸਦੇ ਆ ਕਿ ਐਲੀਟ ਕਿੱਦਾਂ ਬਣਦਾ ਹੈ ਕਿ ਸਾਰੇ ਲੋਕੀ ਜਿੱਦਾਂ ਆਰਥਿਕ ਤੌਰ ਤੇ ਸਾਰੇ ਲੋਕੀ ਇੱਕੋ ਜਿਹੇ ਨਹੀਂ, ਕੁਛ ਕੁ ਲੋਕਾਂ ਦਾ ਬਿਜ਼ਨਸ ਮਾਈਂਡ ਹੁੰਦਾ ਜਿਹੜੇ ਚੰਗਾ ਚਲਾ ਦਿੰਦੇ ਆ ਹਾਂਜੀ ਤੇ ਉਹਨਾਂ ਦੇ ਕਨਸੈਂਟਰੇਸ਼ਨ ਵੈਲਥ ਜਿਹੜੀ ਆ ਉਹਨਾਂ ਦੇ ਕੋਲ ਆਈ ਹੁੰਦੀ ਹੈ। ਫਿਰ ਕੁਛ ਲੋਕੀ ਕਲਚਰ ਹੈ, ਹੁਣ ਦੇਖੋ ਹਰੇਕ ਫੀਲਡ ਦੇ ਵਿੱਚ ਇਦਾਂ ਹੀ ਹੈ। ਹਾਂਜੀ ਹਰ ਇੱਕ ਫੀਲਡ ਦੇ ਵਿੱਚ ਸਾਰੇ ਬਰਾਬਰ ਨਹੀਂ ਹੁੰਦੇ ਜੀ ਬਿਲਕੁਲ, ਥੋੜੇ ਜਿਹੇ ਬੰਦੇ ਸ਼ਾਈਨ ਕਰਦੇ। ਹਾਂਜੀ ਸਾਰੇ ਤਾਂ ਸੁਪਰਸਟਾਰ ਨਹੀਂ ਹੈ ਨਾ, ਮੁੰਬਈ ਭਰਿਆ ਪਿਆ ਐਕਟਰਾਂ ਦੇ ਨਾਲ। ਹਾਂਜੀ ਉਹਨਾਂ ਦੇ ਵਿੱਚੋਂ ਕੁਛ ਇੱਕ ਬੰਦੇ ਆ ਜਿਨ੍ਹਾਂ ਦੇ ਨਾਂ ਸੁਣਦੇ ਤੁਸੀਂ। ਹਾਂਜੀ ਗਾਉਣ ਵਾਲਿਆਂ ਦਾ ਵੀ ਇਦਾਂ ਹੀ ਹੈ, ਹਰੇਕ ਹੀ ਬੰਦਾ ਗਾਉਣ ਲੱਗਾ ਹੈ ਹਾਂਜੀ ਪਰ ਉਹਨਾਂ ਦੇ ਵਿੱਚੋਂ ਕੋਈ ਸ਼ਾਈਨ ਕਰਦਾ ਬਿਲਕੁਲ, ਤੇ ਖੇਡਣ ਵਾਲਿਆਂ ਦੇ ਵਿੱਚੋਂ ਵੀ ਕੋਈ ਸ਼ਾਈਨ ਕਰਦਾ। ਤੇ ਇਹ ਮੌਸਕਾ ਤੋਂ ਪਲੇਟੋ ਦੀ ਇਹ ਗੱਲ ਸੀ, ਉਹ ਕਹਿੰਦੇ ਕਿ ਬਿਲਕੁਲ ਇੱਕ ਛੋਟਾ ਜਿਹਾ ਐਲੀਟ ਆ, ਉਹਨਾਂ ਦੀ ਕਾਬਲੀਅਤ ਆ। ਇਸੇ ਤਰ੍ਹਾਂ ਜਿਹੜੀ ਮੈਰਿਜ ਨੂੰ ਦੇਖਿਆ ਜਾਵੇ ਨਾ, ਜੇ ਅਸੀਂ ਹੈਪੀ ਲਾਈਫ ਕਹਿੰਦੇ ਆ ਤੇ ਹੈਪੀ ਲਾਈਫ ਤਾਂ ਹੀ ਹੋ ਸਕਦੀ ਜੇ ਦੋਏ ਜਾਣੇ ਬਰਾਬਰ ਹੀ ਹੋਣ, ਜੇ ਦੋਨੋਂ ਹੀ ਖੁਸ਼ ਹੋਣ, ਦੋਨੇ ਹੀ ਖੁਸ਼ ਹੋਣ। ਜ਼ਰੂਰੀ ਨਹੀਂ ਇਹ ਮੋਸਟਲੀ ਮੈਰਿਜ ਦੇ ਵਿੱਚ ਇਦਾਂ ਹੀ ਹੁੰਦੀ ਆ ਵੀ ਇੱਕ ਜਣਾ ਮੋਹਰੇ ਆ ਤੇ ਇੱਕ ਜਣਾ ਪਿੱਛੇ ਆ। ਟੈਕਨੀਕਲੀ ਤਾਂ ਪਹਿਲਾਂ ਸਾਡੇ ਇਦਾਂ ਹੀ ਹੁੰਦਾ ਸੀ, ਪਿੰਡਾਂ ਦੇ ਵਿੱਚ ਬੰਦਾ 10 ਫੁੱਟ ਮੋਹਰੇ ਤੁਰਿਆ ਜਾਂਦਾ, ਉਹਦੀ ਘਰ ਵਾਲੀ ਪਿੱਛੇ ਤੁਰੀ ਜਾਂਦੀ ਹੈ। ਹਾਂਜੀ ਇੱਕ ਰੈਪਰੈਜ਼ੈਂਟ ਕਰਦਾ ਸੀ ਵੀ ਜਿਹੜਾ ਬੰਦਾ ਇੰਚਾਰਜ ਆ ਘਰ ਜਾ ਕੇ ਫਿਰ ਛਿੱਤਰ ਹੀ ਖਾਂਦਾ ਹੋਵੇ ਭਾਵੇਂ ਉਹ, ਪਰ ਬਾਹਰ ਸੁਸਾਇਟੀ ਦੇ ਸਾਹਮਣੇ ਬਾਹਰ ਤਾਂ ਸੁਸਾਇਟੀ ਦੇ ਸਾਹਮਣੇ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਸੀ ਜਿੱਦਾਂ ਉਹ ਤੋਂ ਇੱਕ ਕਹਾਵਤ ਵੀ ਮਜ਼ਾਕ ਵੀ ਬਣਿਆ ਆ। ਉਹ ਕਹਿੰਦੇ ਕਿ ਕੋਈ ਜਿਹੜਾ ਬੰਦਾ ਸੀ ਉਹ ਥੋੜਾ ਜਿਹਾ ਸਮਝਦਾਰ ਇਸ ਕਰਕੇ ਸੀ, ਉਹ ਕਹਿੰਦਾ ਬਾਹਰ ਨਹੀਂ ਸੀ ਲੜਾਈ ਕਰਦਾ, ਬਾਹਰ ਨਹੀਂ ਸੀ ਕੁਛ ਕਹਿੰਦਾ, ਤਾਂ ਉਹਨੇ ਫਿਰ ਘਰ ਆ ਕੇ ਲੜਨਾ। ਤੇ ਉਹਦੀ ਪਤਨੀ ਨੂੰ ਪਤਾ ਹੁੰਦਾ ਸੀ ਵੀ ਘਰ ਲੜਾਈ ਕਰਨੀ ਆ, ਹੋਰ ਮੈਨੂੰ ਚੰਗਾ ਮਾੜਾ ਕਹਿਣਾ ਇਹਨੇ। ਤੇ ਉਹਨੂੰ ਪਤਾ ਲੱਗ ਗਿਆ ਪਤਨੀ ਨੂੰ ਵੀ ਇਹ ਬਾਹਰ ਕੁਛ ਨਹੀਂ ਕਹਿੰਦਾ, ਜੇ ਮੈਂ ਭਾਵੇਂ ਇਹਦੇ ਥੱਪੜ ਵੀ ਮਾਰਦਾ ਇਹ ਚੁੱਪ ਕਰਕੇ ਬੈਠਾ ਰਹਿੰਦਾ। ਤਾਂ ਉਹ ਹਮੇਸ਼ਾ ਦੋਏ ਜਾਣੇ ਏਦਾਂ ਕਹਿੰਦੇ ਹੁੰਦੇ ਸੀ, ਉਹਨੇ ਕਹਿਣਾ ਤੂੰ ਘਰ ਚੱਲ ਮੈਂ ਤੈਨੂੰ ਕਰਦਾ ਸੂਤ, ਤਾਂ ਉਹਦੀ ਪਤਨੀ ਨੇ ਕਹਿਣਾ ਤੂੰ ਚੱਲ ਬਾਹਰ ਮੈਂ ਤੈਨੂੰ ਕਰਦੀ ਸੂਤ। ਸੋ ਇਹ ਬਰਾਬਰ ਜਿਹੜੇ ਪਹੀਏ ਦੀ ਗੱਲ ਕਰਦੇ ਨੇ, ਪਹੀਏ ਬਰਾਬਰ ਨਹੀਂ ਹੁੰਦੇ। ਹਾਂਜੀ ਇਹ ਦੋਏ ਜਾਣੇ ਕਿਤੇ ਕਿਤੇ ਤੁਹਾਨੂੰ ਮਿਲ ਜਾਂਦਾ ਜੋੜਾ ਜਿਨ੍ਹਾਂ ਦੀ ਦੋਹਾਂ ਦੀ ਸੁਰ ਮਿਲਦੀ ਹੋਵੇ। ਹਾਂਜੀ ਨਾਰਮਲੀ ਤਾਂ ਤੁਸੀਂ ਦੋ ਫਰੈਂਡ ਵੀ ਰਹਿੰਦੇ ਨਾ ਕਿਤੇ ਇਕੱਠੇ, ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਚਿਜ਼ਮ ਆ ਜਾਂਦੀ ਹੈ। ਹਾਂਜੀ ਟਸਲ ਚੱਲਦੀ ਰਹਿੰਦੀ ਆ ਕਿ ਤੂੰ ਯਾਰ ਕੀ ਕਰ ਰਿਹਾ, ਤੂੰ ਕੀ ਕਰ ਰਿਹਾ, ਤੂੰ ਮਤਲਬ ਹੋਰ ਗੱਲਾਂ ਨਾ ਵੀ ਹੋਣ, ਕੋਈ ਇੱਕ ਐਸੀ ਇਸ਼ੂ ਹੁੰਦੀ ਆ, ਕਿਸੇ ਨੇ ਜੁੱਤੀ ਕਿੱਥੇ ਖੋਲ ਲਈ, ਕਿਸੇ ਨੇ ਦੁੱਧ ਚੱਕ ਕੇ ਕਿਸੇ ਨੇ ਪੀ ਲਿਆ, ਕਿਸੇ ਨੇ ਖਾਣਾ ਖਾ ਲਿਆ, ਕਿਸੇ ਨੂੰ ਪੁੱਛਿਆ ਨਹੀਂ, ਕੋਈ ਬੈਠਾ ਹੋਰ ਤਰ੍ਹਾਂ ਆ, ਕੋਈ ਬੰਦਾ ਡਕਾਰ ਹੀ ਮਾਰੀ ਜਾਂਦਾ, ਕੋਈ ਨਾ ਕੋਈ ਇਸ਼ੂ ਜ਼ਰੂਰ ਹੁੰਦੀ। ਡਾਕਟਰ ਸਾਹਿਬ ਇਸੇ ਲਈ ਤਾਂ ਕਹਿੰਦੇ ਜਦੋਂ ਲੜਾਈਆਂ ਹੋ ਜਾਂਦੀਆਂ ਨੇ ਨਾ ਇਦਾਂ ਆਪਸ ਦੇ ਵਿੱਚ, ਘਰਾਂ ਦੇ ਵਿੱਚ ਤਾਂ ਕਹਿ ਦਿੰਦੇ ਜਦੋਂ ਖਤਮ ਕਰਨੀ ਹੋਵੇ ਵੀ ਜੇ ਦੋ ਭਾਂਡੇ ਆ ਤਾਂ ਉਹ ਖੜਕਦੀ ਰਹਿੰਦੇ ਆ, ਤੇ ਫਿਰ ਨਾਲ ਹੀ ਕਹਿ ਦਿੰਦੇ ਨੇ ਵੀ ਇੰਨਾ ਵੀ ਨਹੀਂ ਖੜਕਣਾ ਚਾਹੀਦਾ ਵੀ ਟੁੱਟੇ ਜਾਣ। ਉਹ ਕਹਿਣ ਦਾ ਮਤਲਬ ਇਹ ਹੈ ਕਿ ਦੋਨੇ ਪਾਸੇ ਅੰਡਰਸਟੈਂਡਿੰਗ ਰੱਖਣੀ ਪੈਣੀ ਆ, ਮਤਲਬ ਇੱਕ ਸਾਈਡ ਤੋਂ ਨਹੀਂ ਇਦਾਂ ਨਹੀਂ ਹੋ ਸਕਦਾ ਹੈਗਾ ਕਿ ਕੋਈ ਡੋਮੀਨੇਟਿੰਗ ਹੋਵੇ। ਭਾਂਡਿਆਂ 'ਚ ਤਾਂ ਇਨਸਾਨ 'ਚ ਵੀ ਫਰਕ ਹੈ। ਹਾਂਜੀ ਬਿਲਕੁਲ, ਇਨਸਾਨ ਦੋਏ ਸਮਝ ਕੇ ਚੁੱਪ ਕਰ ਸਕਦੇ ਆ, ਭਾਂਡੇ ਨਹੀਂ ਸਮਝਦੇ। ਜੀ ਬਿਲਕੁਲ, ਭਾਂਡਿਆਂ ਨੇ ਖੜਕਣਾ ਹੀ ਖੜਕਣਾ। ਹਾਂਜੀ ਹੁਣ ਮੈਂ ਇੱਕ ਚੰਡੀਗੜ੍ਹ ਇੰਸਟੀਚਿਊਟ 'ਚ ਰਹਿੰਦਾ ਹੁੰਦਾ ਸੀ, ਉੱਥੇ ਸਾਡੇ ਇੱਕ ਸੀਨੀਅਰ ਸੀ, ਉਹ ਪਹਿਲਾਂ ਕੰਮ ਤਾਂ ਕਿਤੇ ਹੋਰ ਕਰਦੇ ਹੋਣੇ ਆ, ਰਿਟਾਇਰਮੈਂਟ ਤੋਂ ਬਾਅਦ ਉਹ ਐਸੋਸੀਏਟ ਰਿਸਰਚਰ ਬਣੇ ਸੀ ਉੱਥੇ, ਤੇ ਉਹ ਰਹਿੰਦੇ ਉਹਦਾ ਮੋਹਾਲੀ ਹੁੰਦੇ ਸੀ। ਤੇ ਉਹਨਾਂ ਵੱਲੋਂ ਮੈਨੂੰ ਖੁੱਲ੍ਹਾ ਸੱਦਾ ਦਿੱਤਾ, ਮੈਂ ਉੱਥੇ ਗੈਸਟ ਹਾਊਸ 'ਚ ਰਹਿੰਦਾ ਹੁੰਦਾ ਸੀ। ਉਹ ਕਹਿੰਦੇ ਕਿ ਬਹੁਤੀ ਵਾਰੀ ਬੰਦਾ ਅੱਕ ਜਾਂਦਾ ਇਹਨਾਂ ਦਾ ਖਾਣਾ ਖਾ ਕੇ, ਕਿਤੇ ਕਿਤੇ ਜੇ ਘਰ ਦਾ ਖਾਣ ਨੂੰ ਜੀ ਕਰਦਾ ਹੁੰਦਾ ਤਾਂ ਮੇਰੇ ਨਾਲ ਚਲ ਜਾਏਗਾ। ਤੇ ਮੈਂ ਕਈ ਵਾਰੀ ਉਹਨਾਂ ਮੋਹਾਲੀ ਉਹਨਾਂ ਦੇ ਘਰ ਚੱਲ ਜਾਣਾ, ਤੇ ਫਿਰ ਮੈਂ ਦੇਖਿਆ ਕਿ ਉਹ ਤਾਂ ਉਹਦੀ ਪਤਨੀ ਖਾਣੇ ਤੋਂ ਬਾਅਦ 30-35 ਮਿੰਟ ਬਾਹਰ ਤੁਰ ਕੇ ਆਉਂਦੇ ਹੁੰਦੇ ਸੀ, ਵਾਕ ਲਈ ਜਾਂਦੇ ਸੀ। ਤੇ ਇੱਕ ਦਿਨ ਮੇਰੇ ਵੀ ਮਨ ਦੇ ਵਿੱਚ ਆਇਆ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਮੈਨੂੰ ਵੀ ਲੈ ਜਾਓ, ਮੈਂ ਇੱਥੇ ਬੈਠਾ ਹਾਂ ਟੀਵੀ ਦੇਖੀ ਜਾਂਦਾ ਤੇ ਮੈਂ ਵੀ ਤੁਹਾਡੇ ਨਾਲ ਗੇੜਾ ਮਾਰਿਆ। ਉਹ ਮੈਨੂੰ ਕਹਿੰਦਾ ਨਹੀਂ ਤੈਨੂੰ ਨਹੀਂ ਲਿਜਾਣਾ।
ਤੂੰ ਜਾਣਾ ਆ ਤਾਂ ਸਾਡੇ ਲਾਗੇ ਹੀ ਪਾਰਕ ਹੈਗੀ ਆ, ਇੱਥੇ ਜਾ ਕੇ ਤੁਰਿਆ। ਕਹਿੰਦਾ ਇਸ਼ੂ ਤੁਰਨ ਦੀ ਨਹੀਂ, ਸਾਡੇ ਇਸ਼ੂ ਆ ਕਿ ਅਸੀਂ ਦੋਏ ਜਾਣੇ ਬਿਜ਼ੀ ਹੁੰਨੇ, ਸਾਰਾ ਦਿਨ ਕੱਢਦੇ ਆ, ਮੈਂ ਉੱਥੇ ਗਿਆ ਹੁੰਨਾ, ਇਹ ਕਿਤੇ ਹੋਰ ਗਈ ਹੁੰਦੀ ਹੈ। ਸ਼ਾਮ ਨੂੰ ਆ ਜਿਹੜਾ 30-35 ਮਿੰਟ ਰਹਿੰਦੇ ਆ, ਅਸੀਂ ਇਕੱਲੇ ਰਹਿੰਦੇ ਆ, ਫੈਮਿਲੀ ਤੋਂ ਬਿਨਾਂ ਰਹਿੰਦੇ ਆ, ਕਿਸੇ ਫਰੈਂਡ ਨਾਲ ਨਹੀਂ ਜਾਂਦੇ, ਉਹ 30-35 ਮਿੰਟ ਅਸੀਂ ਗੱਲਬਾਤ ਕਰਦੇ ਤੇ ਉਹਦੇ 'ਚ ਤੂੰ ਨਹੀਂ ਆ ਸਕਦਾ। ਬਿਲਕੁਲ ਉਹਨਾਂ ਨੇ ਸਹੀ ਕਿਹਾ। ਵੈਸੇ ਡਾਕਟਰ ਸਾਹਿਬ ਜੇ ਪਤੀ ਪਤਨੀ ਵਾਕ ਤੇ ਤੁਹਾਡੇ ਦਿਮਾਗ 'ਚ ਖਿਆਲ ਵੀ ਕਿਵੇਂ ਵੀ ਮੈਂ ਉਹਨਾਂ ਦੇ ਨਾਲ ਜਾਣਾ? ਮੈਂ ਤਾਂ ਸੋਚਿਆ ਵੀ ਚਲੋ ਤੁਰਨ ਜਾਂਦੇ ਆ, ਸ਼ਾਇਦ ਪਹੁੰਚਾਉਣ ਜਾਂਦੇ, ਹੁਣ ਮੇਰਾ ਹੀ ਪਚ ਜੂਗਾ। ਪਰ ਇਹ ਇੰਨੀ ਉਸ ਵੇਲੇ ਬੁੱਧੀ ਨਹੀਂ ਸੀ। ਇਸ ਵੇਲੇ ਉਹ ਕਹਿੰਦਾ ਤੇਰੇ ਵੀ ਤਾਂ ਨਾ ਜਾਣੇ, ਤੂੰ ਵੀ ਏਦਾਂ ਕਰਿਆ ਕਰੂੰਗਾ। ਵੀ ਇਹ 30-35 ਮਿੰਟ ਹੀ ਆ ਸਾਡੇ ਕੋਲ, ਜਿਹੜੇ ਅਸੀਂ ਬੈਠ ਕੇ ਅਸੀਂ ਦੋਏ ਜਾਣੇ ਇੱਕ ਦੂਜੇ ਨਾਲ ਗੱਲਾਂ ਕਰਦੇ ਆ। ਹਾਂਜੀ। ਘਰ ਦੇ ਵਿੱਚ ਹੁਣ ਪਤਨੀ ਨੂੰ ਪ੍ਰੋਬਲਮ ਹੋਣੀਆਂ ਆ, ਪਤੀ ਨੂੰ ਉੱਥੇ ਕੰਮ ਪ੍ਰੋਬਲਮ ਹੋਣੀਆਂ, ਇੱਕ ਦੂਜੇ ਨਾਲ ਗੱਲ ਕਰਦੇ ਆ, ਸਲਾਹ ਕਰਦੇ ਆ ਕੀ ਕਰਨਾ ਕੀ ਨਹੀਂ ਕਰਨਾ। ਇਹ ਵੈਸੇ ਕੋਈ ਬੰਦਾ ਹੁੰਦਾ, ਨਾਰਮਲੀ ਤਾਂ ਬੰਦੇ ਹੁੰਦੇ ਆ। ਉਹੀ ਗੱਲ ਮੈਂ ਕਿਸੇ ਨੂੰ ਆ ਕੇ ਉੱਥੋਂ ਦੱਸ ਦਿੱਤੀ, ਉਹ ਹਾਲੇ ਯੰਗ ਹੀ ਕਪਲ ਸੀ, ਮੈਨੂੰ ਜਾਣਦੇ ਸੀ। ਮੈਂ ਕਿਹਾ ਇਹ ਬੰਦਿਆਂ ਨੇ, ਮੈਂ ਇੱਦਾਂ ਬੰਦੇ ਦੇਖੇ ਵੀ 35-40 ਮਿੰਟ ਕੋਈ ਤੁਰਦੇ ਫਿਰਦੇ ਤੇ ਉਹਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਤੇ ਉਹਦੇ ਨਾਲ ਸੈਟਿਸਫਾਈਡ ਬੰਦੇ ਦੋਏ। ਉਹਨਾਂ ਨੇ ਵੀ ਮੇਰੀ ਗੱਲ ਸੁਣ ਕੇ ਕਿਤੇ ਦੋਏ ਜਾਣੇ ਤੁਰਨ ਚਲੇ ਗਏ ਤੇ ਮੁੜ ਕੇ 2-3 ਹਫ਼ਤਿਆਂ ਬਾਅਦ ਉਹਦੀ ਵਾਈਫ ਕਹਿੰਦੀ ਤੂੰ ਚੰਗਾ ਸਲਾਹਕਾਰ ਬਣਿਆ। ਕਹਿੰਦੀ ਅਸੀਂ ਤੁਰਨ ਗਏ, ਇੱਥੋਂ 5 ਮਿੰਟ ਹੀ ਹਾਲੇ ਗਏ ਤਾਂ ਫਿਰ ਲੜ ਪਏ, ਰਸਤੇ 'ਚ ਲੜਾਈ ਹੋ ਗਈ। ਕਹਿੰਦੀ ਅਸੀਂ ਲੜ ਕੇ ਘਰ ਮੁੜ ਕੇ ਆਏ। ਅੱਗੇ ਤਾਂ ਅਸੀਂ ਆਪਣੇ ਕੰਮ ਕਰਦੇ ਸੀ, ਹੁਣ ਜੇ ਇਕੱਠੇ ਤੁਰੇ ਜਾਂਦੇ ਤਾਂ ਅਸੀਂ ਲੜ ਪਏ। ਮੈਂ ਕਿਹਾ ਮੈਨੂੰ ਲੜਾਈ ਦਾ ਨਹੀਂ ਸੀ ਪਤਾ, ਮੈਨੂੰ ਉਹਨਾਂ ਦਾ ਪਤਾ ਸੀ ਵੀ ਉਹ ਬਿਨਾਂ ਲੜਾਈ ਦੇ ਮੁੜੇ ਆਉਂਦੇ ਸੀ। ਤੁਸੀਂ ਦੇਖ ਲਓ ਵੀ ਸਲਾਹ ਹਰ ਜਗ੍ਹਾ ਕੰਮ ਨਹੀਂ ਕਰਦੀ। ਸਲਾਹ ਹਰ ਜਗ੍ਹਾ ਮੁਫਤ ਸਲਾਹ ਜਿਹੜੀ ਦੇਣੀ ਹੁੰਦੀ ਹੈ ਨਾ ਕਿਸੇ ਨੂੰ, ਹਾਂਜੀ, ਇਹ ਕਈ ਵਾਰੀ ਕੰਮ ਨਹੀਂ ਕਰਦੀ। ਜਿਹੜਾ ਇੱਕ ਤਾਂ ਹਿੰਦੁਸਤਾਨੀਆਂ ਦੀ ਇੱਕ ਸਾਡੀ ਕਹਾਵਤ ਹੈ ਕਿ ਵਿਆਹ ਦੇ ਪਹਿਲੇ 50 ਸਾਲ ਔਖੇ ਹੁੰਦੇ ਆ, ਫਿਰ ਗੱਡੀ ਰੜ ਪੈਂਦੀ ਹੈ। ਹਾਂਜੀ। ਹੁਣ ਇੱਕ ਤਾਂ ਏਜ ਖਤਮ, ਤੁਸੀਂ ਦੇਖੋ 50 ਸਾਲ ਜਿਹਨੂੰ ਮੈਰਿਜ ਹੋ ਗਿਆ ਤਾਂ ਉਹ 17 ਦੇ ਲਾਗੇ ਛਾਗੇ ਹੋਣੇ। ਹਾਂਜੀ। ਤਾਂ ਉਦੋਂ ਤਾਂ ਵੈਸੇ ਹੀ ਮਾਈਲਡ ਹੋਏ ਹੁੰਦੇ ਬੰਦੇ। ਨਾਲੇ ਡਾਕਟਰ ਸਾਹਿਬ ਜੇ ਇੰਨੇ ਸਾਲ ਉਹ ਇਕੱਠੇ ਰਹਿ ਲੈਂਦੇ ਆ ਤਾਂ ਉਹਨਾਂ ਨੂੰ ਇੱਕ ਦੂਸਰੇ ਦੀਆਂ ਆਦਤਾਂ ਦਾ ਚੰਗੀ ਤਰ੍ਹਾਂ ਪਤਾ ਹੁੰਦਾ, ਐਡਜਸਟਮੈਂਟਸ ਉਹ ਕਰ ਲੈਂਦੇ ਆ। ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੰਨੀ ਕੁ ਹੱਦ ਤੱਕ ਜਾ ਕੇ ਲੜਾਈ ਕਰ ਸਕਦਾ, ਕਿਹਦੀਆਂ ਲਾਈਕਿੰਗਸ ਕੀ ਆ ਤੇ ਡਿਸਲਾਈਕਿੰਗਸ ਕੀ ਆ। ਇਹਦਾ ਕਰਕੇ ਵੀ ਜਾਂ ਬੱਚਿਆਂ ਦੇ ਛਿੱਤਰਾਂ ਤੋਂ ਵੀ ਡਰਦੇ ਹੁੰਦੇ ਵੀ ਜੇ ਹੁਣ ਕੁਛ ਕੀਤਾ ਤਾਂ ਇਹਨਾਂ ਨੇ ਢਾਲਣਾ। ਹਾਂਜੀ, ਇਹ ਵੀ ਗੱਲ ਹੈ। ਤੇ ਉਹ ਜੋ ਵੀ ਮਜਬੂਰੀਆਂ ਹੋਣ, 50 ਸਾਲ ਵਾਲੀ ਜਿਹੜੀ ਕਹਾਵਤ ਆ ਉਹ ਠੀਕ ਹੀ ਗੱਲ ਹੈ। ਹਾਂਜੀ। ਕਿ ਜਿਹਨੇ 50 ਸਾਲ ਇਕੱਠੇ ਕੱਟ ਲਏ ਨਾ, ਉਹਨਾਂ ਦਾ ਡਿਵੋਰਸ ਨਹੀਂ ਹੋਣਾ ਉਦੋਂ ਬਾਅਦ। ਜੀ। ਪਰ ਇੱਥੇ ਮੈਂ ਕਈਆਂ ਦੇ 46, 47 ਸਾਲ ਦੀ ਮੈਰਿਜ ਤੋਂ ਬਾਅਦ ਡਿਵੋਰਸ ਹੁੰਦੇ ਦੇਖੇ। ਹਾਂਜੀ ਡਾਕਟਰ ਸਾਹਿਬ, ਕਈ ਐਗਜ਼ਾਮਪਲਸ ਸਾਹਮਣੇ ਆਈਆਂ ਹੈਗੀਆਂ ਨੇ। ਈਵਨ ਕਈ ਜਿਹੜੀਆਂ ਫੇਮਸ ਪਰਸਨੈਲਿਟੀਜ਼ ਵੀ ਹੈਗੀਆਂ ਨੇ, ਉਹਨਾਂ ਦੇ ਵੀ ਆਪਾਂ ਦੇਖੇ ਆ ਕਿ ਡਿਵੋਰਸ 40-45 ਸਾਲ ਤੋਂ ਬਾਅਦ ਹੁੰਦੇ ਆ। ਉਹਨਾਂ ਨੂੰ ਏਦਾਂ ਬੰਦਾ ਸੋਚਦਾ ਵੀ ਜੇ 40-45 ਸਾਲ ਕੱਟ ਲਏ ਆ ਤੇ ਹੋਰ 5-7 ਸਾਲ ਤੁਹਾਡੇ ਕਿੰਨੇ ਕੁ ਸਾਲ ਵੈਸੇ ਰਹਿੰਦੇ, ਜਿਹਨੇ 45 ਸਾਲ ਜਿਹੜੇ ਇਕੱਠੇ ਵਿਆਹਤਾ ਰਹੇ ਆ ਨਾ, ਉਹਨਾਂ ਦੇ ਬਹੁਤੇ ਸਾਲ ਨਹੀਂ ਰਹਿੰਦੇ ਮਗਰੋਂ। ਹਾਂਜੀ। ਤੇ ਹੁਣ ਛੱਡੋਗੇ, ਹੁਣ ਲੜਾਈ ਹੋਊਗੀ, ਡਿਵੋਰਸ ਕਰੋਗੇ, ਉਹ ਚੱਕਰ ਪੈ ਜਾਣਾ। ਡਾਕਟਰ ਸਾਹਿਬ ਫਿਰ ਉਹ ਕਹਿ ਦਿੰਦੇ ਆ ਨਾ ਵੀ ਇੰਨਾ ਸਮਾਂ ਅਸੀਂ ਐਡਜਸਟਮੈਂਟਸ ਦੇ ਵਿੱਚ ਕੱਢ ਲਿਆ, ਮਜਬੂਰੀ 'ਚ ਰਿਸ਼ਤਾ ਨਿਭਾਇਆ, ਹੁਣ ਜਿਹੜੇ ਜ਼ਿੰਦਗੀ ਦੇ ਆਖਰੀ ਸਾਲ ਆ, ਚਾਹੇ 1 ਸਾਲ ਹੋਵੇ, ਚਾਹੇ 2-4 ਸਾਲ ਹੋਣ, ਚਾਹੇ ਜ਼ਿਆਦਾ ਵੀ ਹੋਣ, ਵੀ ਚਾਹੁੰਦੇ ਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਬਿਤਾਈਏ ਉਹ। ਪਰ ਉਹਨਾਂ ਦਾ ਇੱਕ ਸਿੱਟਾ ਠੀਕ ਹੈ ਕਿ ਹੈਪੀ ਵਾਈਫ ਹੈਪੀ ਲਾਈਫ ਨਹੀਂ ਹੋ ਸਕਦੀ ਜਿੰਨਾ ਚਿਰ ਦੋਹਾਂ ਦੀ ਲਾਈਫ ਖੁਸ਼ ਨਹੀਂ ਹੈ। ਜੀ, ਪਰ ਉਹੀ ਤੁਸੀਂ ਜਿਵੇਂ ਕਿਹਾ ਕਿ ਰਾਈਮ ਵਧੀਆ ਕਰਦਾ। ਦੇਖੋ ਹੁਣ ਜਦੋਂ ਤੱਕ ਕੋਈ ਹਸਬੈਂਡ ਦੇ ਨਾਲ ਰਾਈਮ ਕਰਦੀ ਲਾਈਨ ਨਹੀਂ ਆਉਂਦੀ, ਉਦੋਂ ਤੱਕ ਤਾਂ ਯੂਜੂਲੀ ਲੋਕੀ ਇਹ ਯੂਜ਼ ਕਰਦੇ ਹੀ ਨੇ। ਪਰ ਹਾਂਜੀ, ਇਸ ਸਟੱਡੀ ਨੇ ਬਿਲਕੁਲ ਸਿੱਧ ਕੀਤਾ ਕਿ ਦੋਨਾਂ ਦਾ ਹੀ ਖੁਸ਼ ਹੋਣਾ ਜ਼ਰੂਰੀ ਆ, ਪਤੀ ਪਤਨੀ ਦਾ, ਤਾਂ ਹੀ ਉਹਨਾਂ ਦਾ ਜਿਹੜਾ ਜੀਵਨ ਆ ਉਹ ਵਧੀਆ ਬਣ ਸਕਦਾ, ਵਧੀਆ ਰਹਿ ਸਕਦਾ। ਪਰ ਜੇ ਦੋਨਾਂ ਚੋਂ ਇੱਕ ਖੁਸ਼ ਹੈ ਤੇ ਇੱਕ ਖੁਸ਼ ਹੈ ਨਹੀਂ, ਇਹਨੂੰ ਤੁਸੀਂ ਖੁਸ਼ਹਾਲ ਵਿਆਹੁਤਾ ਜੀਵਨ ਨਹੀਂ ਕਹਿ ਸਕਦੇ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਲਾਅ ਸੁਸਾਇਟੀ ਆਫ BC ਟ੍ਰਿਬਿਊਨਲ ਨੇ ਪਾਇਆ ਕਿ ਜਿਹੜੇ ਯੂਕਰੇਨੀ ਆਨਰੇਰੀ ਕਾਉਂਸਲ ਹੈਗੇ ਆ, ਲੁਬੋਮਿਰ ਹੁਕਲੁਕ,
ਉਹਨਾਂ ਨੇ 1 ਦਰਜਨ ਤੋਂ ਜ਼ਿਆਦਾ ਰੀਅਲ ਏਸਟੇਟ ਟ੍ਰਾਂਜੈਕਸ਼ਨਸ ਦੇ ਵਿੱਚ ਮਨੀ ਲਾਂਡਰਿੰਗ ਤੇ ਧੋਖਾਧੜੀ ਦੇ ਸਬੰਧ ਦੇ ਵਿੱਚ ਆਪਣੀ ਜਿਹੜੀ ਭੂਮਿਕਾ ਉਹਨੂੰ ਸਹੀ ਤਰੀਕੇ ਦੇ ਨਾਲ ਨਹੀਂ ਨਿਭਾਇਆ। ਉਹ ਪੂਰੀ ਤਰ੍ਹਾਂ ਦੇ ਨਾਲ ਅਸਫਲ ਰਹੇ ਨੇ। ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਇੱਕ ਤਾਂ ਵੱਡੀ ਪ੍ਰੋਬਲਮ ਹੈ ਕਿ ਮਨੀ ਲਾਂਡਰਿੰਗ ਦੇ ਬਾਰੇ ਸਰਕਾਰ ਨੇ ਕੁਝ ਨਹੀਂ ਕੀਤਾ। ਹਾਂਜੀ, ਇਹਨਾਂ ਨੇ ਹੁਣ ਸਟੱਡੀ ਕੀਤੀ, ਉਹ ਵੀ ਕਾਫੀ ਦੇਰ ਬਾਅਦ। ਉਹਦੇ ਤੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਸਾਨੂੰ ਨਹੀਂ ਪਤਾ। ਸਟੱਡੀ ਇੰਨੀ ਕਰ ਲਈ ਕਿ ਇੱਕ ਜਿਹੜੇ ਸਾਡੇ ਕਸੀਨੋਜ਼ ਆ ਉੱਥੇ ਮਨੀ ਲਾਂਡਰਿੰਗ ਕਿਸ ਤਰ੍ਹਾਂ ਹੁੰਦੀ ਹੈ। ਹਾਂਜੀ, ਹੁਣ ਜਿਹੜੇ ਡਰੱਗ ਡੀਲਰਜ਼ ਆ ਉਹ ਰੀਅਲ ਸਟੇਟ ਦੇ ਵਿੱਚ ਕਿੱਦਾਂ ਇਨਵੈਸਟ ਕਰਦੇ ਆ, ਇਹਦੇ ਬਾਰੇ ਤੁਹਾਨੂੰ ਇੱਕਾ ਦੁੱਕਾ ਰਿਪੋਰਟਸ ਤਾਂ ਮਿਲਣਗੀਆਂ ਮੀਡੀਆ ਦੀਆਂ, ਪਰ ਇਹਦੇ ਬਾਰੇ ਕੋਈ ਸਿਸਟੈਮਿਕ ਸਟੱਡੀ ਨਹੀਂ। ਹਾਂਜੀ, ਤੇ ਇਹਦੇ ਇਦਾਂ ਦੇ ਵਕੀਲ ਵੀ ਹੋਣੇ ਆ ਜਿਹੜੇ ਆਖਰਕਾਰ ਤੇ ਉਹ ਜਿਹੜੇ ਡਰੱਗ ਡੀਲਰ ਆ ਉਹਨਾਂ ਨੂੰ ਤਾਂ ਵਕੀਲ ਕਰਨਾ ਹੀ ਪੈਂਦਾ ਨਾ। ਉਹਨਾਂ ਨੇ ਬਾਅਦ ਦੇ ਵਿੱਚ ਜਿੰਨੀ ਵੀ ਡੀਲ ਕਰਨੀ ਹੁੰਦੀ ਹੈ, ਤੇ ਵਕੀਲ ਦਾ ਕੰਮ ਆ ਵੀ ਵੈਸੇ ਦੇਖਣਾ ਕਿ ਪੈਸੇ ਆ ਕਿੱਥੋਂ ਰਹੇ ਆ, ਕਿੱਦਾਂ ਦਾ ਬੰਦਾ ਆ, ਕੀ ਚੱਲ ਰਿਹਾ ਉਹਦੇ ਵਿੱਚ। ਜੇ ਅਨਾਮਲੀਜ਼ ਆ ਰਹੀਆਂ ਉਹਦੇ ਵਿੱਚ ਤੇ ਉਹ ਰਿਪੋਰਟ ਕਰੇ ਲਾਅ ਸੁਸਾਇਟੀ ਨੂੰ। ਤੇ ਇਸ ਬੰਦੇ ਨੇ ਕੋਈ 15 ਕੇਸ ਇਦਾਂ ਦੇ ਕੀਤੇ ਜਿਨ੍ਹਾਂ ਤੇ ਸ਼ੱਕ ਪੈਂਦਾ ਸੀ ਕਿ ਪੈਸੇ ਜਿਹੜੇ ਆ ਡਰੱਗ ਡੀਲਰਸ ਦੇ ਪੈਸੇ। ਹਾਂਜੀ, ਜਿਹਦੇ ਬਿਲਕੁਲ ਬਾਹਰ ਕੋਈ ਬੰਦਾ ਬੈਠਾ ਵੀ ਆਬਜ਼ਰਵ ਕਰ ਸਕਦਾ ਸੀ, ਤੇ ਲਾਅ ਸੁਸਾਇਟੀ ਨੇ ਇਹ ਤੇ ਕੇਸ ਕੀਤਾ ਸੀ ਬੰਦੇ ਤੇ। ਹਾਂਜੀ, ਹੁਣ ਯੂਕਰੇਨ ਦਾ ਨਾਮ ਫੇਰ ਆ ਗਿਆ ਮੁੜ ਕੇ, ਮਾੜੇ ਕੰਮਾਂ ਲਈ ਯੂਕਰੇਨ ਦਾ ਨਾਮ ਫੇਰ ਆ ਗਿਆ। ਹਾਂਜੀ, ਕਿ ਯੂਕਰੇਨੀਅਨ ਆਨਰਰੀ ਕੌਂਸਲ ਸੀ, ਜਿਨ੍ਹਾਂ ਦੇ ਜਿੱਥੇ ਉਹਨਾਂ ਦਾ ਪਰਮਾਨੈਂਟ ਕੌਂਸਲ ਨਹੀਂ ਹੁੰਦਾ। ਸਾਰੇ ਦੇਸ਼ ਇਦਾਂ ਕਰਦੇ ਕਿ ਇੱਕ ਬੰਦੇ ਨੂੰ ਚੁਣ ਲੈਣਾ। ਕਈ ਬਹੁਤੇ ਲੋਕੀ ਤਾਂ ਪੈਸੇ ਦੇ ਕੇ ਬਣਦੇ ਆ, ਉਹਨੂੰ ਡਿਪਲੋਮੈਟਿਕ ਇਮਿਊਨਿਟੀ ਮਿਲ ਜਾਂਦੀ ਹੈ। ਤੇ ਇਹਨਾਂ ਦੇ ਕੋਲ ਵੀ ਹੋਣੀ ਆ, ਅਟੈਂਡੈਂਸ ਕਰਦੇ ਆ, ਇੱਧਰ ਉੱਧਰ ਜਾ ਕੇ ਪਾਰਟੀਆਂ 'ਚ ਚੱਲ ਜਾਣਾ। ਸਾਰੇ ਕੌਂਸਲੇਟ ਉਹਨਾਂ ਨੂੰ ਸੱਦਦੇ ਆ। ਸੋ ਇਹ ਵੀ ਯੂਕਰੇਨੀਅਨ ਕੌਂਸਲਰ ਜਿਹੜੇ ਬਣੇ ਬੈਠੇ ਸੀ ਉਹ ਲਾਇਰ ਹੀ ਬਾਈ ਪ੍ਰੋਫੈਸ਼ਨ, ਪਰ ਉਹਨਾਂ ਦੀ ਲਾਅ ਸੁਸਾਇਟੀ ਨੇ ਉਹਨਾਂ ਤੇ ਇਨਵੈਸਟੀਗੇਸ਼ਨ ਕੀਤੀ। ਔਰ ਲਾਅ ਸੁਸਾਇਟੀ ਸੌਖੇ ਨਹੀਂ ਕੱਢਦੀ, ਇਹ ਬਹੁਤ ਲੰਬਾ ਚੌੜਾ ਪ੍ਰੋਸੈਸ ਹੁੰਦਾ ਹੈ। ਹਾਂਜੀ, ਜਿਹੜੇ ਲਾਇਰਸ ਨੂੰ ਕੱਢਿਆ ਆ ਉਹਨਾਂ ਦੇ ਵਿੱਚ ਤਕਰੀਬਨ ਜਾ ਕੇ ਉਹ ਜੇ ਕੋਸ਼ਿਸ਼ ਵੀ ਕਰਦੇ ਆ ਜਾਂ ਕੋਰਟ ਦੇ ਵਿੱਚ ਅਪੀਲ ਕਰ ਸਕਦੇ, ਕਿਉਂਕਿ ਇਹ ਤਾਂ ਲਾਅ ਸੁਸਾਇਟੀ ਹੈ ਨਾ। ਹਾਂਜੀ, ਇਹ ਤੇ ਉੱਪਰ ਕੋਰਟ ਵੀ ਹੈਗੀ ਹੈ, ਪਰ ਤਕਰੀਬਨ ਉਹ ਕੋਰਟ ਉਹਨਾਂ ਨੂੰ ਠੀਕ ਸਾਬਤ ਹੀ ਕਰਦੀ ਹੈ ਕਿ ਲਾਅ ਸੁਸਾਇਟੀ ਨੇ ਪਹਿਲੀ ਗੱਲ ਉਹ ਸਾਰੇ ਆਪ ਲਾਇਰ, ਜੇ ਇਨਵੈਸਟੀਗੇਟ ਕਰਦੇ ਤਾਂ ਉਹ ਲਾਇਰ ਖੁਦ ਹੀ ਇਨਵੈਸਟੀਗੇਟ ਕਰਦੇ। ਤਾਂ ਉਹਨਾਂ ਨੇ ਉਹ ਪੁਖਤਾ ਸਬੂਤ ਜਿੰਨਾ ਚਿਰ ਨਹੀਂ ਹੁੰਦੇ ਉਹਨਾਂ ਚਿਰ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ। ਹਾਂਜੀ, ਤੇ ਜੇ ਜਦੋਂ ਉਹ ਲਾਅ ਸੁਸਾਇਟੀ ਤੋਂ ਬਾਹਰ ਕੱਢਦੇ ਕਿਸੇ ਨੂੰ ਤਾਂ ਉਹਦੇ ਪੂਰੇ ਸਬੂਤ ਹੁੰਦੇ ਉਹਨਾਂ ਦੇ ਕੋਲ। ਹਾਂਜੀ ਡਾਕਟਰ ਸਾਹਿਬ। ਸੋ ਇਸ ਕਰਕੇ ਇਹਨੇ ਹੁਣ ਧਮਕੀ ਕਹਿਣ ਨੂੰ ਤਾਂ ਹੁੰਦਾ, ਮੀਡੀਆ ਨੂੰ ਦੱਸਣਾ ਹੁੰਦਾ ਵੀ ਮੈਂ ਕੁਛ ਕਰ, ਮੈਂ ਤਾਂ ਜੀ ਇਹਦੀ ਅਪੀਲ ਕਰੂੰਗਾ, ਫਲਾਣਾ ਕਰੂੰਗਾ। ਉਹ ਅਪੀਲ ਵੀ ਕੋਈ ਮੋਸਟਲੀ ਕੇਸਸ ਦੇ ਵਿੱਚ ਕਦੇ ਖਾਰਜ ਹੀ ਹੋ ਜਾਂਦੀ ਬਾਅਦ ਦੇ ਵਿੱਚ, ਕਿਉਂਕਿ ਉਹਨਾਂ ਦੇ ਕੋਲ ਸਬੂਤ ਸੀ ਕਰਕੇ ਉਹਨਾਂ ਨੇ ਉਹਨੂੰ ਕੱਢਿਆ। ਪਰ ਵੱਡੀ ਗੱਲ ਹੈਗੀ ਹੈ ਸਰਕਾਰ ਦੀ ਕਿ ਇਹਨਾਂ ਨੇ ਕਦੇ ਇਹ ਇਨਵੈਸਟੀਗੇਸ਼ਨ ਨਹੀਂ ਕੀਤੀ। ਹਾਂਜੀ, ਕਸੀਨੋਜ਼ ਤੇ ਇਨਵੈਸਟੀਗੇਸ਼ਨ ਕਰ ਲਈ ਹੈ, ਤੇ ਉਹਦੇ ਨਾਲ ਹੁਣ ਕੀ ਕਰਨਗੇ ਕੀ ਨਹੀਂ ਕਰਨਗੇ ਇਹ ਸਾਨੂੰ ਕੁਝ ਨਹੀਂ ਪਤਾ। ਪਰ ਕਮ ਸੇ ਕਮ ਜਿਹੜਾ ਪੈਸੇ ਲੱਗਦੇ ਆ ਡਰੱਗ ਡੀਲਰਸ ਦੇ ਇੱਥੇ ਰੀਅਲ ਸਟੇਟ ਦੇ ਵਿੱਚ, ਖਬਰਾਂ ਆਉਂਦੀਆਂ ਰਹਿੰਦੀਆਂ, ਸੁਣਦੇ ਰਹਿੰਦੇ ਤੁਸੀਂ। ਹਾਂਜੀ, ਬਹੁਤੇ ਬੰਦੇ ਜਿਹੜੇ ਕੈਸ਼ ਪੇਮੈਂਟ ਦਿੰਦੇ ਨਾ, ਵੱਡੀਆਂ ਡੀਲਸ ਕਰਕੇ ਕੈਸ਼, ਬਹੁਤ ਹੀ ਕੈਸ਼ ਆਉਂਦੀ ਉਹਨਾਂ ਦੇ ਕੋਲ, ਤੇ ਉਹ ਡਰੱਗ ਡੀਲਿੰਗ ਇਨਵੋਲਵ ਹੁੰਦੀ ਉਹਦੇ ਵਿੱਚ। ਤੇ ਇਹਨਾਂ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਕਿਸੇ ਦੇ ਚਾਰਜ ਲਾਏ ਜਾਣ ਤਾਂ ਫੇਰ ਤਾਂ ਘਟ ਸਕਦੀ ਹੈ। ਪਰ ਜੇ ਇਸੇ ਤਰ੍ਹਾਂ ਰੱਖਣਾ ਕਿ ਠੀਕ ਹੈ ਡਰੱਗ ਡੀਲਰ ਆ, ਇਹਨੇ ਇਲੈਕਸ਼ਨ ਵੇਲੇ ਇਹਨੂੰ ਵੀ ਪੈਸੇ ਦਿੱਤੇ, ਉਹਨੂੰ ਵੀ ਪੈਸੇ ਦਿੱਤੇ, ਤਾਂ ਉਹਦੇ ਨਾਲ ਇਨਵੈਸਟੀਗੇਸ਼ਨ ਕੋਈ ਨਹੀਂ ਹੁੰਦੀ। ਜੀ ਬਿਲਕੁਲ ਡਾਕਟਰ ਸਾਹਿਬ, ਵੈਸੇ ਵੀ ਇਹੋ ਜਿਹੇ ਜਿੱਦਾਂ ਕੇਸ ਆਉਂਦੇ ਹੈਗੇ, ਹਰੇਕ ਦਾ ਪੋਲਿਟਿਕਸ ਦੇ ਨਾਲ ਬਹੁਤ ਸਬੰਧ ਹੁੰਦਾ, ਕਿਉਂਕਿ ਪੋਲਿਟਿਕਸ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀਆਂ ਸਟੱਡੀਜ਼ ਆਉਂਦੀਆਂ ਨੇ ਉਹਦੇ ਤੋਂ ਬਾਅਦ ਫਿਰ ਉਹਦੇ ਬਾਰੇ 'ਚ ਕੋਈ ਫੈਸਲੇ ਲਏ ਜਾਂਦੇ। ਜਿਵੇਂ ਤੁਸੀਂ ਮਨੀ ਲਾਂਡਰਿੰਗ ਦੀ ਵੀ ਗੱਲ ਕੀਤੀ ਹੈਗੀ ਆ, ਹੈ ਨਾ, ਇਹਦਾ ਵੀ ਦੇਖੋ ਤੁਸੀਂ ਸਿੱਧਾ ਸਬੰਧ ਪੋਲਿਟਿਕਸ ਦੇ ਨਾਲ ਜਾ ਕੇ ਜੁੜ ਜਾਂਦਾ। ਉਹ ਇਹ ਜਿਹੜੇ ਬੰਦੇ ਇਦਾਂ ਦਾ ਕੰਮ ਕਰਦੇ ਆ
ਉਹ ਉਹਨਾਂ ਦਾ ਮੋਟੋ ਹੈਗਾ ਨਾ, ਵੰਡ ਖਾ ਖੰਡ ਖਾ। ਹਾਂਜੀ, ਹਰ ਇੱਕ ਬੰਦੇ ਨੂੰ ਪੈਸੇ ਦੇਣੇ ਉਹਨਾਂ ਨੇ। ਹਾਂਜੀ, ਤੇ ਜਿਨ੍ਹਾਂ ਨੂੰ ਪੈਸੇ ਨਾਲ ਮੂੰਹ ਬੰਦ ਕੀਤਾ ਉਹ ਬੋਲਦੇ ਨਹੀਂ ਕਦੇ। ਜੀ ਬਿਲਕੁਲ। ਕਿਉਂਕਿ ਜੇ ਬੰਦਾ ਮੂੰਹ ਤੇ ਹੱਥ ਰੱਖਣਾ ਔਖਾ ਆ, ਪਰ ਪੈਸਾ ਦੇਣਾ ਸੌਖਾ ਆ। ਜੀ ਡਾਕਟਰ ਸਾਹਿਬ ਬਿਲਕੁਲ ਪੈਸੇ ਨਾਲ ਮੂੰਹ ਬੰਦ ਕਰਨਾ ਇੱਥੇ ਸਮਾਜ ਦੇ ਵਿੱਚ ਇਹਨਾਂ ਨੂੰ ਵੀ ਆਉਂਦਾ ਹੈ। ਹਾਂਜੀ, ਹਾਂਜੀ, ਬਿਲਕੁਲ ਡਾਕਟਰ ਸਾਹਿਬ ਤੁਸੀਂ ਸਹੀ ਕਿਹਾ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਡਾਕਟਰ ਸਾਹਿਬ ਅਲਬਰਟਾ ਦੇ ਵਿੱਚ ਇੱਕ ਨੋਵਲ ਜਿਹੜਾ ਹੈਗਾ ਉਹਨੂੰ ਚੁਣਿਆ ਗਿਆ ਸੀ, ਉਹਨੂੰ ਪ੍ਰਾਈਜ਼ ਦਿੱਤਾ ਗਿਆ $200 ਦਾ, ਤੇ ਇਸ ਦੇ ਉੱਪਰ ਕਾਫੀ ਜ਼ਿਆਦਾ ਡਿਸਕਸ਼ਨਸ ਹੋ ਰਹੀਆਂ ਨੇ। ਰੀਜ਼ਨ ਉਹਦਾ ਇਹ ਆ ਕਿ ਇਸ ਨੋਵਲ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਵਾਈਟ ਵਿਮਨ ਹੈਗੀਆਂ ਨੇ ਉਹਨਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਆ, ਕਿਉਂਕਿ ਅਦਰਵਾਈਜ਼ ਉਹਨਾਂ ਦਾ ਜਿਹੜਾ ਕਲਚਰ ਹੈਗਾ ਉਹ ਖਤਮ ਹੋ ਜਾਣਾ। ਇਹਨੂੰ ਲੈ ਕੇ ਕਾਫੀ ਕੰਟਰੋਵਰਸੀ ਹੋਈ ਆ। ਇਸ ਪੂਰੇ ਮਸਲੇ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਔਰਤਾਂ ਦਾ ਨਜ਼ਰੀਆ ਨਾਂ ਦਾ ਜਿਹੜਾ ਕੰਟੈਸਟ ਹੋਇਆ ਨਾ, 17 ਤੋਂ 25 ਸਾਲ ਦੀਆਂ ਔਰਤਾਂ ਦੀ ਰਾਈਟਿੰਗ ਦਾ, ਉਹਦੇ ਤੇ ਹੁਣ ਜਿਹੜੀ ਵੀ ਕੋਈ ਜਿਹੜੀ ਅਵਾਰਡ ਤਾਂ ਕੋਈ ਜ਼ਿਆਦਾ ਨਹੀਂ ਹੈ, $200 ਦਾ ਹੀ ਸੀ। ਜਿਹਦਾ ਆਬਜੈਕਸ਼ਨ ਆ ਰਿਹਾ ਉਹ ਨੰਬਰ 1 ਤੇ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੀਆਂ ਗੋਰੀਆਂ ਆ, ਜੇ ਕਲਚਰਲ ਸੁਸਾਈਡ ਅਸੀਂ ਬਚਾਉਣੀ ਆ, ਕਿਉਂਕਿ ਇੱਥੇ ਇਮੀਗ੍ਰੈਂਟਸ ਜ਼ਿਆਦਾ ਆ ਰਹੇ ਆ, ਇਹਦੇ ਨਾਲ ਇਹਨਾਂ ਦਾ ਕਲਚਰ ਘਟ ਰਿਹਾ। ਇਹ ਇੱਕ ਕਲਚਰ ਦੀ ਗੱਲ ਨਹੀਂ, ਮਤਲਬ ਦੁਨੀਆ ਭਰ ਦੇ ਵਿੱਚ ਇਹ ਪ੍ਰੋਬਲਮ ਹੈ। ਹਾਂਜੀ। ਤੇ ਉਹ ਕਹਿੰਦੇ ਕਿ ਆਪਣੇ ਕਲਚਰ ਨੂੰ ਜੇ ਬਚਾਉਣਾ ਆ ਤਾਂ ਤੁਹਾਨੂੰ ਸਾਡੀਆਂ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦੀ ਲੋੜ ਹੈ। ਤੇ ਦੂਸਰੇ ਪਾਸੇ ਜਿਹੜੀਆਂ ਔਰਤਾਂ ਦੀਆਂ ਜਥੇਬੰਦੀਆਂ ਆ ਉਹਨਾਂ ਨੇ ਇਹਨੂੰ ਕ੍ਰਿਟਿਸਾਈਜ਼ ਕੀਤਾ, ਆਲੋਚਨਾ ਕੀਤੀ ਹੈ ਕਿ ਔਰਤਾਂ ਬੱਚੇ ਜੰਮਣ ਦੀਆਂ ਮਸ਼ੀਨਾਂ ਨਹੀਂ। ਹਾਂਜੀ। ਜਿਨ੍ਹਾਂ ਨੂੰ ਤੁਸੀਂ ਇਹ ਕਹੀ ਜਾਂਦੇ। ਜੇ ਕਲਚਰ ਬਚਾਉਣਾ ਆ, ਕਲਚਰਲ ਸੁਸਾਈਡ ਬਚਾਉਣੀ ਆ, ਤਾਂ ਹੋਰ ਵੀ ਕੋਈ ਤਰੀਕੇ ਹੋ ਸਕਦੇ ਜੀ। ਇਹ ਸਿਰਫ ਇਹੀ ਤਰੀਕਾ ਨਹੀਂ ਹੈ ਕਿ ਬੱਚੇ ਜ਼ਿਆਦਾ ਪੈਦਾ ਕਰੋ। ਸਾਡੇ ਮੇਰੇ ਖਿਆਲ ਹਿੰਦੁਸਤਾਨ ਦੇ ਵਿੱਚ ਵੀ ਇਹ ਕੰਟਰੋਵਰਸੀ ਆਉਂਦੀ ਰਹਿੰਦੀ ਹੈ ਕਿ ਸਿੱਖਾਂ ਨੂੰ ਕਹਿਣਾ ਸਿੱਖ ਜ਼ਿਆਦਾ ਬੱਚੇ ਪੈਦਾ ਕਰਨ, ਹਿੰਦੂਆਂ ਨੂੰ ਕਹਿਣਾ ਹਿੰਦੂ ਬੱਚੇ ਜ਼ਿਆਦਾ ਪੈਦਾ ਕਰਨ, ਤਾਂ ਕਿ ਦੂਜੇ ਕਲਚਰ ਸਾਡੇ ਤੋਂ ਨੰਬਰਾਂ ਦੇ ਵਿੱਚ ਨਾ ਵੱਧ ਜਾਣ। ਹਾਂਜੀ। ਇਹ ਜਰਮਨੀ ਦੇ ਵਿੱਚ ਇੱਕ ਜ਼ਮਾਨੇ ਦੇ ਵਿੱਚ ਹਿਟਲਰ ਨੇ ਮੇਰਾ ਖਿਆਲ ਸਾਰੀ ਦੁਨੀਆ ਦੇ ਨਾਲ ਹੀ ਤਕਰੀਬਨ ਲੜ ਰਿਹਾ ਸੀ ਉਸ ਵੇਲੇ, ਉਹਨੇ ਔਰਤਾਂ ਨੂੰ ਕਿਹਾ ਸੀ ਕਿ ਬੱਚੇ ਪੈਦਾ ਕਰੋ ਕਿਉਂਕਿ ਸਾਡੇ ਬੱਚੇ ਜ਼ਿਆਦਾ ਮਰ ਰਹੇ ਆ ਉੱਥੇ ਬਾਹਰ। ਉਹ ਕਹਿੰਦੇ ਵੀ ਜਿਹੜੀ ਇਸ਼ੂ ਤਾਂ ਹੈਗੀ ਆ ਵੀ ਤੂੰ ਪੰਗੇ ਕਿਉਂ ਲੈਣ ਰਿਹਾ। ਹਾਂਜੀ। ਜਿਹੜੇ ਸਾਡੇ ਨੌਜਵਾਨ ਮਰ ਰਹੇ ਆ ਉੱਥੇ, ਉਹਨਾਂ ਨੂੰ ਹੁਣ ਸਾਡਾ ਕੰਮ ਤਾਂ ਤੇਰਾ ਆ ਨਾ, ਤੂੰ ਦੁਨੀਆ ਤੇ ਰੂਲ ਕਰਨ ਲਈ ਇਹ ਹਰ ਇੱਕ ਨੇਸ਼ਨ ਦੇ ਨਾਲ ਲੜਾਈ ਲੜੀ ਹੈ, ਪਰ ਜਰਮਨ ਦੀਆਂ ਔਰਤਾਂ ਦਾ ਇਹ ਫਰਜ਼ ਨਹੀਂ ਹੈ ਕਿ ਉਹ ਬੱਚੇ ਪੈਦਾ ਕਰਨ ਤੇਰੇ ਲਈ ਤਾਂ ਕਿ ਉਹ ਉੱਥੇ ਜਾ ਕੇ ਮਰ ਜਾਣ। ਹੁਣ ਇਹ ਬੜੀ ਕੰਟਰੋਵਰਸ਼ੀਅਲ ਸਬਜੈਕਟ ਆ, ਹਰੇਕ ਹੀ ਕਲਚਰ ਦੇ ਵਿੱਚ ਆ। ਇੱਥੇ ਅਸੀਂ ਥੋੜੇ ਜਿਹੇ ਸੈਂਸਿਟਿਵ ਆ ਕਿਉਂਕਿ ਅਸੀਂ ਘੱਟ ਗਿਣਤੀ ਹਾਂ। ਸਾਨੂੰ ਲੱਗਦਾ ਕਿ ਗੋਰਿਆਂ ਵੱਲੋਂ ਕਿਹਾ ਜਾਂਦਾ, ਯੂਰਪੀਅਨ ਪੇਰੈਂਟਸ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਇਮੀਗ੍ਰੈਂਟਸ ਦੀ ਤਾਦਾਦ ਘਟਾਉਣਾ ਚਾਹੁੰਦੇ ਆ ਤਾਂ ਆਪਣੀ ਤਾਦਾਦ ਵਧਾਉਣੀ ਪੈਣੀ ਹੈ, ਤਾਂ ਉਹਦੇ ਲਈ ਸਾਨੂੰ ਆਪਣੇ ਜ਼ਿਆਦਾ ਬੱਚੇ ਪੈਦਾ ਕਰਨੇ ਪੈਣੇ। ਹਾਂਜੀ। ਇਹ ਕੰਟਰੋਵਰਸੀਅਲ ਔਰ ਖਾਸ ਤੌਰ ਤੇ ਜੇਸਨ ਕੈਨੀ ਲਈ ਕੰਟਰੋਵਰਸੀ ਚੱਲ ਪਈ ਹੈ। ਕਿਸੇ ਬਿਊਰੋਕਰੈਟ ਦੀ ਡਿਸੀਜਨ ਹੈ ਵੈਸੇ ਤਾਂ, ਜਿਹੜਾ ਅਵਾਰਡ ਦੇ ਦਿੱਤਾ ਉਹਨਾਂ ਨੇ ਚੱਕ ਕੇ। ਇਹ ਪਤਾ ਹੀ ਨਹੀਂ ਜਦੋਂ ਤੁਸੀਂ ਸਰਕਾਰੀ ਤੌਰ ਤੇ ਕਿਸੇ ਚੀਜ਼ ਨੂੰ ਅਵਾਰਡ ਦਿੰਦੇ ਨਾ, ਉਹ ਚੀਜ਼ ਉਹਦੀ ਕਾਪੀ ਤੁਹਾਨੂੰ ਇੰਟਰਨੈਟ ਤੇ ਮਿਲ ਜਾਂਦੀ ਹੈ। ਹਾਂਜੀ। ਇਹਨਾਂ ਨੂੰ ਰੱਖਣੀ ਪੈਂਦੀ ਹੈ। ਵੈਸੇ ਡਾਕਟਰ ਸਾਹਿਬ ਜਿਹੜੇ ਮਿਨਿਸਟਰ ਨੇ ਇਹ ਦਿੱਤਾ ਹੈਗਾ, ਇਨਾਮ ਦਿੱਤਾ ਹੈਗਾ, ਅਵਾਰਡ ਦਿੱਤਾ ਹੈਗਾ, ਉਸ ਤੋਂ ਬਾਅਦ ਜਦੋਂ ਕੰਟਰੋਵਰਸੀ ਸ਼ੁਰੂ ਹੋ ਗਈ ਉਹ ਕਹਿੰਦੇ ਸੀ ਤਾਂ ਬਿਲਕੁਲ ਹੀ ਗਲਤ ਆ। ਇੱਕ ਸਾਈਡ ਤੇ ਤਾਂ ਉਹਨਾਂ ਨੇ ਆਪੇ ਹੀ ਇਸ ਚੀਜ਼ ਦਾ ਅਵਾਰਡ ਦਿੱਤਾ ਤੇ ਦੂਸਰੀ ਸਾਈਡ ਤੇ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਇੰਨੀ ਕੰਟਰੋਵਰਸੀ ਹੋ ਰਹੀ ਹੈ ਤੇ ਉਹ ਜਾ ਕੇ ਕਹਿੰਦੇ ਆ ਕਿ ਨਹੀਂ ਇਹ ਬਿਲਕੁਲ ਗਲਤ ਹੈ, ਇਹ ਸਹੀ ਨਹੀਂ ਹੈਗਾ, ਇਹ ਤਾਂ ਡਿਸਕ੍ਰਿਮੀਨੇਸ਼ਨ ਹੈਗੀ ਆ। ਦੇਖੋ ਮਿਨਿਸਟਰ ਨੇ ਤਾਂ ਅਵਾਰਡ ਦਿੱਤਾ ਹੈ ਨਾ, ਹੱਥਾਂ ਦੇ ਵਿੱਚੋਂ ਚੈੱਕ ਦੇਣ ਜਾਂਦੇ ਨੇ, ਜਦੋਂ ਭਗਵੰਤ ਮਾਨ ਜਾਂਦਾ ਚਿੱਕਾਂ ਦੇਣ। ਫੈਸਲਾ ਤਾਂ ਕੋਈ ਹੋਰ ਕਰਦੇ ਆ, ਫੈਸਲਾ ਤਾਂ ਅਫਸਰ ਕਰਦੇ ਆ। ਇਹਨਾਂ ਨੇ ਤਾਂ ਪੜ੍ਹਿਆ ਵੀ ਨਹੀਂ ਹੁੰਦਾ, ਉਹ ਫਾਈਲ ਨਹੀਂ ਪੜ੍ਹੀ ਹੁੰਦੀ ਉਹ, ਤੇ ਇਹਦੇ ਫਾਈਲ ਦੇ ਵਿੱਚ ਹੈ ਕੀ ਆ। ਇਹ ਤਾਂ ਖੜੇ ਹੋ ਕੇ ਉੱਥੇ ਇਨਾਮ ਦੇਣ ਲਈ ਵੰਡਣ ਲਈ ਖੜੇ ਹੁੰਦੇ ਆ ਜੀ। ਤੇ ਉਹ ਮਿਨਿਸਟਰ ਨੇ ਤਾਂ ਵਾਕਈ ਫੈਸਲਾ ਨਹੀਂ ਕੀਤਾ ਹੋਣਾ, ਫੈਸਲਾ ਤਾਂ ਕਿਸੇ ਸਿਵਲ ਸਰਵੈਂਟ ਨੇ ਕੀਤਾ ਹੈ, ਤੇ ਇਹ ਉਹਨੇ ਦੇਖਿਆ ਹੀ ਨਹੀਂ ਵੀ ਮੈਂ ਅਵਾਰਡ ਕਾਹਦਾ ਦੇ ਰਹੀ ਹਾਂ। ਹਾਂਜੀ।
ਤੁਹਾਨੂੰ ਥੋੜਾ ਜਿਹੀ ਮਿਨਿਸਟਰਾਂ ਦੀ ਇੰਨੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਜਿਹਨੂੰ ਕਿਸੇ ਨੂੰ ਖਾਸ ਤੌਰ ਤੇ ਜੇ ਅਵਾਰਡ ਦੇਣਾ, ਪਹਿਲਾ ਦੂਜਾ ਤੀਜਾ ਅਵਾਰਡ ਤਾਂ 3 ਹੀ ਆਉਣੇ ਆ। ਹਾਂਜੀ, ਤਾਂ 3 ਫਾਈਲਾਂ ਤਾਂ ਪੜ੍ਹ ਲਓ ਨਾ ਜੀ। ਇਹ ਇੰਨੀ ਤਾਂ ਜ਼ਿੰਮੇਵਾਰੀ ਦਿਖਾ ਲਓ। ਤੁਸੀਂ ਬਿਲਕੁਲ ਹੀ ਹਰ ਰੋਜ਼ ਇੱਧਰ ਉੱਧਰ ਨੱਠੇ ਫਿਰਦੇ ਆ। ਤੁਹਾਨੂੰ ਜਿਹੜਾ ਕੰਮ ਆ ਅਸਲੀ, ਜੇ ਤੁਸੀਂ ਸਾਈਨ ਕਰਦੇ ਆ ਉਹ ਪੜ੍ਹ ਕੇ ਸਾਈਨ ਕਰੋ। ਵੈਸੇ ਡਾਕਟਰ ਸਾਹਿਬ ਤੁਸੀਂ ਸਹੀ ਕਿਹਾ, ਇਹ ਬਿਲਕੁਲ ਨਹੀਂ ਪੜ੍ਹਦੇ। ਤੁਸੀਂ ਦੇਖਿਆ ਹੋਣਾ ਕਿ ਕਈ ਮਿਨਿਸਟਰ ਜਿਹੜੇ ਹੁੰਦੇ ਹੈਗੇ ਆ, ਉਹ ਕਈ ਵਾਰੀ ਕਈ ਬੰਦਿਆਂ ਨੂੰ ਸਨਮਾਨਿਤ ਕਰ ਦਿੱਤਾ ਜਾਂ ਅਵਾਰਡ ਦੇ ਦਿੱਤਾ, ਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਦਾ ਵੀ ਉਹ ਜਿਹੜਾ ਸਹੀ ਬੰਦਾ ਹੈ ਨਹੀਂ, ਫਿਰ ਕਹਿ ਦਿੰਦੇ ਨੇ ਕਿ ਅਸੀਂ ਤਾਂ ਜਾਣਦੇ ਨਹੀਂ, ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਵੈਸੇ ਉੱਥੇ ਫਸਟ ਟਾਈਮ ਮਿਲੇ ਸੀ। ਉਹਨਾਂ ਨੂੰ ਕਈਆਂ ਨੂੰ ਤਾਂ 5 ਮਿੰਟ ਪਹਿਲਾਂ ਹੀ ਦੱਸਿਆ ਹੁੰਦਾ ਵੀ ਇੰਨੇ ਬੰਦੇ ਹੋਣੇ ਆ, ਇਹਨਾਂ ਨੂੰ ਅਵਾਰਡ ਦੇਣਾ ਹੈ ਜੀ। ਤੇ ਉਹ ਡਿਊ ਡਿਲੀਜੈਂਸ ਤਾਂ ਹੀ ਕਰ ਸਕਦੇ ਜੇ ਉਹ ਫਾਈਲਸ ਦੇਖਣ ਐਕਚੁਅਲੀ। ਹਾਂਜੀ, ਉਹਨਾਂ ਨੂੰ ਪੜ੍ਹਨ ਘੋਖਣ। ਇੰਨਾ ਸਮਾਂ ਹੈ ਨਹੀਂ ਇਹਨਾਂ ਦੇ ਕੋਲ ਜੀ। ਨੱਠੇ ਤਾਂ ਫਿਰਦੇ ਵੋਟਾਂ ਇਕੱਠੀਆਂ ਕਰਨ ਨੂੰ। ਹਾਂਜੀ, ਕੁਰਸੀ ਦੀ ਫਿਕਰ ਪਈ ਰਹਿੰਦੀ ਆ। ਕੁਰਸੀ ਦੀ ਫਿਕਰ ਤਾਂ ਦਿਨ ਰਾਤ ਸਤਾਉਂਦੀ ਆ। ਹਾਂਜੀ, ਤੇ ਉਹ ਫਾਈਲ ਪੜ੍ਹਨ ਦਾ ਸਮਾਂ ਹੈ ਨਹੀਂ ਜੀ। ਤਾਂ ਕਈਆਂ ਨੂੰ ਤਾਂ ਪੜ੍ਹਨੀ ਨਹੀਂ ਆਉਂਦੀ, ਕਈਆਂ ਦੇ ਕੋਲ ਸਮਾਂ ਹੈ ਨਹੀਂ। ਡਾਕਟਰ ਸਾਹਿਬ ਹੁਣ ਗੱਲਬਾਤ ਕਰਦੇ ਹਾਂ ਪਾਕਿਸਤਾਨ ਦੀ। ਪਾਕਿਸਤਾਨ ਤਹਿਰੀਕੇ ਇਨਸਾਫ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈਗਾ ਕਿ ਜਿਹੜੀ ਉਹਨਾਂ ਦੀ ਪਾਰਟੀ ਹੈਗੀ ਆ ਉਹਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਆ, ਉਹਨੂੰ ਬਦਨਾਮ ਕੀਤਾ ਜਾ ਰਿਹਾ। ਇਸਲਾਮਾਬਾਦ ਤੋਂ ਵੀਡੀਓ ਲਿੰਕ ਰਾਹੀਂ ਉਹਨਾਂ ਨੇ ਆਪਣੇ ਸਪੋਰਟਰਸ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੀਟੀਆਈ ਨੂੰ ਕੁਚਲਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈਗੀ ਆ। ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਦੁਨੀਆ ਭਰ ਦੇ ਵਿੱਚ ਹਰ ਮੁਲਕ ਇਹ ਚਾਹੁੰਦਾ ਕਿ ਉਹਨਾਂ ਆਰਮੀ ਦੀ ਜ਼ਰੂਰ ਰਿਸਪੈਕਟ ਕਰਦੇ। ਰਿਸਪੈਕਟ ਇਸ ਕਰਕੇ ਕਰਦੇ ਆ ਕਿ ਇੱਕੋ ਹੀ ਇੰਸਟੀਟਿਊਸ਼ਨ ਹੈ ਜਿਹੜੀ ਲੜਨ ਦੇ ਕਾਬਲ ਹੈ, ਬਾਹਰ ਜਾ ਕੇ ਲੜਦੀ ਆ, ਤੁਹਾਡੇ ਦੇਸ਼ ਨੂੰ ਡਿਫੈਂਡ ਕਰਦੀ ਹੈ। ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ, ਕਿਉਂਕਿ ਇੱਕ ਤਾਂ ਇਸ਼ੂ ਬਣੀ ਆ ਵੱਡੀ ਕਿ ਉਹ ਡਿਫੈਂਡ ਕਰਦੇ ਆ ਕੰਟਰੀ ਨੂੰ, ਦੂਸਰਾ ਉਹ ਪਾਵਰ ਦੇ ਵਿੱਚ ਰਹੇ ਆ। ਪਾਕਿਸਤਾਨੀ ਆਰਮੀ ਯਹੀਆ ਖਾਨ, ਜ਼ਿਆਉਲ ਹਕ ਖਾਨ, ਪਰਵੇਜ਼ ਮੁਸ਼ਰਫ ਇਹਨਾਂ ਦੀ ਰੂਲ ਰਿਹਾ ਕਾਫੀ ਦੇਰ। ਹਾਂਜੀ, ਤਾਂ ਉਹਨਾਂ ਨੇ ਉਸ ਵੇਲੇ ਚੰਮਦੀਆਂ ਵੀ ਚਲਾਈਆਂ ਜੀ। ਸੋ ਜੇ ਕੋਈ ਡਰਦਾ ਆ ਪਾਕਿਸਤਾਨ ਦੇ ਵਿੱਚ ਪੋਲੀਟੀਕਲ ਤੌਰ ਤੇ, ਤਾਂ ਉਹ ਆਰਮੀ ਤੋਂ ਜ਼ਰੂਰ ਡਰਦੇ ਆ। ਹਾਂਜੀ। 2018 ਦੇ ਵਿੱਚ ਇਹ ਵੱਡਾ ਇਲਜ਼ਾਮ ਸੀ ਆਪੋਜੀਸ਼ਨ ਦਾ। ਹੁਣ ਦੇਖ ਲਓ ਵਕਤ ਕਿੱਦਾਂ ਬਦਲਦਾ ਉੱਥੇ। 2018 ਚ ਇਹ ਕਹਿੰਦੇ ਸੀ ਕਿ ਆਰਮੀ ਦੀ ਜਿਹੜੀ ਫੇਵਰਟ ਟੀਮ ਆ ਉਹ ਹੈਗੀ ਹੈ ਇਮਰਾਨ ਖਾਨ ਦੀ ਟੀਮ। ਹਾਂਜੀ। ਔਰ ਬਹੁਤ ਇਲਜ਼ਾਮ ਵੀ ਲਾਏ ਕਿ ਉਹਨਾਂ ਨੇ ਜ਼ੋਰ ਪਾਇਆ ਇਲੈਕਸ਼ਨ ਅਫੀਸ਼ੀਅਲ ਤੇ ਕਿ ਤੁਸੀਂ ਹੇਰਾਫੇਰੀ ਦੇ ਨਾਲ ਥੋੜੇ ਜਿਹੇ ਬੰਦੇ ਜਿਤਾ ਦਿਓ ਇਹਨਾਂ ਦੇ। ਤੇ ਉਸ ਤੋਂ ਬਾਅਦ ਇਹਨਾਂ ਦੀ ਅਣਬਣ ਹੋ ਗਈ ਪਾਰਟੀ ਦੇ ਵਿੱਚ ਇਮਰਾਨ ਖਾਨ ਦੀ। ਕਈ ਇਸ਼ੂਜ਼ ਆਈਆਂ ਤੇ ਅਖੀਰ ਦੇ ਵਿੱਚ ਜਿਹੜੀ ਇਸ਼ੂ ਆਈ ਆ ਕਿ ਆਰਮੀ ਵਾਲੇ ਕਹਿ ਰਹੇ ਆ ਕਿ ਅਸੀਂ ਅਮਰੀਕਾ ਦੇ ਨਾਲ ਆ ਤੇ ਇਮਰਾਨ ਖਾਨ ਹੁਣੀ ਕਹਿ ਰਹੇ ਆ ਕਿ ਅਸੀਂ ਰਸ਼ੀਆ ਦੇ ਨਾਲ ਆ। ਹਾਂਜੀ। ਤੇ ਉਹਦੇ ਨਾਲ ਥੋੜੀ ਜਿਹੀ ਅਣਬਣ ਹੋ ਗਈ ਇਹਨਾਂ ਦੀ। ਹਾਂਜੀ। ਹੁਣ ਜਦੋਂ ਬਾਹਰ ਆਏ ਆ ਤੇ ਉਹਨਾਂ ਤੇ ਆਪੋਜੀਸ਼ਨ ਨੂੰ ਇਹ ਲੱਗਦਾ ਕਿ ਜੇ ਇਮਰਾਨ ਖਾਨ ਤੇ ਕੋਈ ਨਾ ਕੋਈ ਚਾਰਜ ਲਾ ਕੇ ਜੇਲ੍ਹ 'ਚ ਦਿੱਤਾ ਜਾਵੇ ਜਾਂ ਬਾਹਰ ਕੱਢਿਆ ਜਾਵੇ ਇਹਨੂੰ, ਇਹ ਤਰੀਕਾ ਆ ਇਹਨਾਂ ਨੂੰ ਅਗਲੀ ਇਲੈਕਸ਼ਨ 'ਚ ਹਰਾਉਣ ਦਾ। ਹਾਂਜੀ। ਨਾਰਮਲੀ ਤਾਂ ਤੁਸੀਂ ਦੇਖੀਦਾ ਬਾਈ ਇਲੈਕਸ਼ਨ ਵੀ ਉਹ ਜਿੱਤ ਗਏ। ਹਾਂਜੀ। ਜੋ ਮਰਿਆ ਗਲ ਸੱਪ ਜਿਹੜਾ ਆ ਉਹ ਇਹਨਾਂ ਨੇ ਆਪਣੇ ਗਲ ਪਵਾ ਲਿਆ। ਹਾਂਜੀ। ਤੇ ਆਰਮੀ ਵਾਲੇ ਵੀ ਖਿਲਾਫ ਹੋਏ ਲੱਗਦੇ ਆ, ਭਾਵੇਂ ਉਹ ਕਹਿੰਦੇ ਨਹੀਂ, ਪਰ ਉਹਨਾਂ ਨੂੰ ਗੁੱਸਾ ਇਸ ਗੱਲ ਦਾ ਵੀ ਸੀ ਬਾਜਵਾ ਸਾਹਿਬ ਨੂੰ ਕਿ ISI ਦਾ ਚੀਫ ਜਿਹੜਾ ਆ ਇਮਰਾਨ ਖਾਨ ਨਾਲ ਹੁਣੀ ਆਪਣਾ ਲਈ ਫਿਰਦੇ ਸੀ। ਉਹ ਨਾਰਮਲੀ ਇਹ ਹੁੰਦਾ ਕਿ ਚੀਫ ਆਫ ਸਟਾਫ ਜਿਹੜੇ ਆ ਉਹ ਡਿਸਾਈਡ ਕਰਦੇ ਆ ਕਿ ਆਰਮੀ ਦੇ ਵਿੱਚ ਕੋਰ ਕਮਾਂਡਰ ਕਿਵੇਂ ਬਣਨਾ ਆ, ISI ਦਾ ਚੀਫ ਕਿਵੇਂ ਬਣਨਾ। ਜਿੰਨੀਆਂ ਵੀ ਆਰਮੀ ਦੇ ਆਪਣੀਆਂ ਪੋਸਟ ਆ ਉਹ ਆਰਮੀ ਵਾਲੇ ਡਿਸਾਈਡ ਕਰਦੇ ਆ। ਇਮਰਾਨ ਖਾਨ ਨੇ ਉਹਦੇ ਵਿੱਚ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ। ਹਾਂਜੀ। ਉਹਨਾਂ ਨੇ ਬਾਜਵਾ ਸਾਹਿਬ ਨੇ ਬੰਦਾ ਆਪਣਾ ਹੀ ਲਾਇਆ ਬਾਅਦ ਦੇ ਵਿੱਚ, ਪਰ ਇੱਕ ਟਸਲ ਸ਼ੁਰੂ ਕਰਤੀ ਤੇ ਅਖੀਰ ਦੇ ਵਿੱਚ ਜਦੋਂ ਉਹ ਗਏ ਆ ਤੇ ਇਸ ਤਰੀਕੇ ਨਾਲ ਕਹਿਣ ਲੱਗ ਪਿਆ ਕਿ ਕੁਛ ਇੱਕ ਤਾਕਤਾਂ ਜਿਹੜੀਆਂ ਅਮਰੀਕਾ ਦੇ ਨਾਲ ਰਲ ਕੇ ਮੈਨੂੰ ਤਾਕਤ ਤੋਂ ਵਾਂਝਾ ਕਰਨੀਆਂ ਚਾਹੁੰਦੇ ਆ। ਉਹਦਾ ਸਿੱਧਾ ਹੀ ਮਤਲਬ ਸੀ ਕਿ ਇਹ ਮੁਸਲਿਮ ਲੀਗ ਨੂਨ ਵਾਲੇ, ਆਰਮੀ ਵਾਲੇ ਸਾਰੇ ਇਕੱਠੇ ਹੋ ਗਏ
ਤੇ ਹੁਣ ਜੇ ਤੁਸੀਂ ਇਹ ਪਬਲਿਕ ਦੇ ਵਿੱਚ ਦੱਸ ਦਿੰਦੇ ਆ ਕਿ ਆਰਮੀ ਦੇ ਖਿਲਾਫ ਇਹ ਬੰਦੇ ਬੋਲ ਰਹੇ ਆ, ਉਹਨੂੰ ਇੰਸਟੀਟਿਊਸ਼ਨਲ ਤੌਰ ਤੇ ਐਸਟੈਬਲਿਸ਼ਮੈਂਟ ਸਮਝਿਆ ਜਾਂਦਾ। ਹਾਂਜੀ। ਆਰਮੀ ਜਿਹੜੀ ਆ ਉਹ ਕਰਤਾ ਧਰਤਾ ਆ ਪਾਕਿਸਤਾਨ ਦੇ ਵਿੱਚ। ਹਾਂਜੀ। ਉਹਨਾਂ ਦੇ ਖਿਲਾਫ ਬੋਲਣ ਦਾ ਮਤਲਬ ਹੈ ਤੁਸੀਂ ਪਾਕਿਸਤਾਨੀ ਸਟੇਟ ਦੇ ਖਿਲਾਫ ਬੋਲ ਰਹੇ ਹੋ ਜੀ। ਤਾਂ ਉਹਨਾਂ ਤੇ ਉਹ ਚਾਰਜ ਲਾ ਦੇਣ ਤੇ ਚਾਰਜ ਚਲੋ ਅਗਲੀ ਵਾਰ ਸਾਬਤ ਹੋਣ ਚਾਹੇ ਨਾ ਹੋਣ, ਇਹਨਾਂ ਨੂੰ ਤਾਂ ਇੰਨੀ ਲੋੜ ਆ ਕਿ 2023 ਅਗਸਤ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣੀਆਂ ਨਾ, ਉਸ ਵੇਲੇ ਕਮ ਸੇ ਕਮ ਇਮਰਾਨ ਖਾਨ ਬਾਹਰ ਰਹਿਣ। ਹਾਂਜੀ। ਜਿੱਦਾਂ ਇੱਥੇ ਡੈਮੋਕ੍ਰੈਟਿਕ ਪਾਰਟੀ ਨੂੰ ਬਣਿਆ ਹੈ ਨਾ ਅਮਰੀਕਾ ਦੇ ਵਿੱਚ, ਵੀ ਆਪਣੇ ਟਰੰਪ ਨੂੰ ਕਿਸੇ ਤਰੀਕੇ ਨਾਲ ਬਾਹਰ ਰੱਖਿਆ ਜਾਵੇ। ਹਾਂਜੀ, ਪੂਰੀ ਕੋਸ਼ਿਸ਼। ਜੇ ਉਹ ਇਲੈਕਸ਼ਨ ਦੇ ਵਿੱਚ ਆ ਗਏ ਉਹਨੇ ਜਿੱਤ ਜਾਣਾ ਜੀ। ਤੇ ਇੱਥੇ ਪਾਕਿਸਤਾਨ 'ਚ ਵੀ ਇਦਾਂ ਲੱਗਦਾ ਹੈ ਇਸ ਵੇਲੇ ਕਿ ਇਮਰਾਨ ਖਾਨ ਨੇ ਇਲੈਕਸ਼ਨ ਲੜੀ ਤਾਂ ਉਹਨੇ ਫੇਰ ਜਿੱਤ ਜਾਣਾ। ਹਾਂਜੀ। ਪਿਛਲੀ ਵਾਰ ਨੂੰ ਉਹਨੂੰ ਆਰਮੀ ਨੇ ਜਿਤਾਇਆ ਸੀ, ਐਤਕੀ ਆਰਮੀ ਖਿਲਾਫ ਹੋਈ ਹੈ। ਹਾਂਜੀ। ਡਾਕਟਰ ਸਾਹਿਬ, ਰਸ਼ੀਆ ਨੇ ਹੁਣ ਕਿਹਾ ਹੈਗਾ ਕਿ UN ਸਿਕਿਉਰਿਟੀ ਕਾਉਂਸਲ ਨੂੰ ਕੁਝ ਸੁਧਾਰ ਕਰਨੇ ਚਾਹੀਦੇ ਆ। ਉਹਨਾਂ ਨੇ ਕਿਹਾ ਕਿ ਜਿਹੜੀ UN ਸਿਕਿਉਰਿਟੀ ਕਾਉਂਸਲ ਹੈਗੀ ਆ, ਇਹਨਾਂ ਨੂੰ ਹੁਣ ਇਹਦੇ ਵਿੱਚ ਲੋਕਤੰਤਰੀਕਰਨ ਇਹਦਾ ਕਰਨਾ ਚਾਹੀਦਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਯੂਨਾਈਟਿਡ ਨੇਸ਼ਨਜ਼ ਬਣੀ ਸੀ ਵਰਲਡ ਵਾਰ 2 ਤੋਂ ਬਾਅਦ। ਉਸ ਵੇਲੇ ਮੇਜਰ ਪਾਵਰਸ ਕੋਲ ਇੱਕ ਸਵਾਲ ਸੀ ਕਿ ਪੀਸ ਐਂਡ ਸਟੈਬਿਲਿਟੀ ਕਿਸ ਤਰ੍ਹਾਂ ਕਾਇਮ ਰੱਖੀ ਜਾ ਸਕਦੀ ਹੈ। ਤੇ ਉਹਨਾਂ ਨੇ ਤਜਰਬਾ ਦੇਖਿਆ ਕਿ ਲੀਗ ਆਫ ਨੇਸ਼ਨਜ਼ ਦੁਨੀਆ ਦੀ ਪਹਿਲੀ ਜੰਗ ਤੋਂ ਬਾਅਦ ਜਿਹੜੀ ਸ਼ੁਰੂ ਹੋਈ ਸੀ ਯੂਰਪ ਦੇ ਵਿੱਚ, ਉਸ ਵੇਲੇ ਜਿਹੜੀਆਂ ਵੀ ਉਹਨਾਂ ਨੇ ਮਿਸਟੇਕਸ ਕੀਤੀਆਂ ਉਹ ਤੋਂ ਸਿੱਖਣ ਦੀ ਲੋੜ ਹੈ। ਇੱਕ ਮਿਸਟੇਕ ਇਹ ਸਮਝਦੇ ਸੀ ਕਿ ਜਿਸ ਤਰੀਕੇ ਨਾਲ ਅਸੀਂ ਲੀਗ ਆਫ ਨੇਸ਼ਨ ਆਰਗੇਨਾਈਜ਼ ਕੀਤੀ ਹੈ, ਉਹਦੇ ਵਿੱਚ ਘਾਟ ਇਹ ਸੀ ਕਿ ਹਰੇਕ ਮੈਂਬਰ ਦੇ ਕੋਲ ਵੀਟੋ ਸੀ ਜੀ। ਸਾਰੇ ਦੇਸ਼ਾਂ ਦੇ ਵਿੱਚ ਜੋ ਸਾਰੇ ਦੇਸ਼ ਮੈਂਬਰ ਬੈਠੇ ਆ ਲੀਗ ਆਫ ਨੇਸ਼ਨ ਦੇ, ਇੱਕ ਨੇ ਆਬਜੈਕਸ਼ਨ ਕਰਤਾ, ਦੂਸਰੇ ਕੁਝ ਨਹੀਂ ਕਰ ਸਕਦੇ। ਤੇ ਹੁਣ ਉਹਨਾਂ ਨੇ ਬਾਈਫਰਕੇਸ਼ਨ ਕਰ ਦਿੱਤੀ ਕਿ ਇੱਕ ਸਾਡੇ ਕੋਲ ਅਸੈਂਬਲੀ, UN ਅਸੈਂਬਲੀ ਜਿਹੜੀ ਜਨਰਲ ਅਸੈਂਬਲੀ ਅਸੀਂ ਕਹਿੰਦੇ ਹਾਂ, ਉਹ ਹੋਣੀ ਚਾਹੀਦੀ ਜਿੱਦਾਂ ਪਾਰਲੀਮੈਂਟ ਹੁੰਦੀ ਹੈ, ਤੇ ਇੱਕ ਐਗਜ਼ੈਕਟਿਵ ਬਾਡੀ ਦੇ ਤੌਰ ਤੇ ਜਿਹੜੀ ਕਿ ਪੀਸ ਐਂਡ ਸਟੈਬਿਲਿਟੀ ਲਈ ਕਾਇਮ ਕੀਤੀ ਜਾਵੇ, ਉਹਨੂੰ ਉਹਨਾਂ ਨੇ ਸਿਕਿਉਰਿਟੀ ਕਾਉਂਸਲ ਬਣਾ ਦਿੱਤਾ। ਹੁਣ ਸਿਕਿਉਰਿਟੀ ਕਾਉਂਸਲ ਦੇ ਵਿੱਚ ਕਿੱਦਾਂ ਇਸ ਤਰੀਕੇ ਇਹਨੂੰ ਬਣਾਇਆ ਕਿਸ ਤਰੀਕੇ ਨਾਲ ਜਾਵੇ ਜਿਹੜੀ ਕਿ ਅਮਨ ਤੇ ਸ਼ਾਂਤੀ ਦੁਨੀਆ ਦੇ ਵਿੱਚ ਰੱਖ ਸਕੇ। ਉਹਨਾਂ ਨੇ ਇੱਕ ਉਸ ਵੇਲੇ ਦਾ ਸਿੱਟਾ ਇਹ ਸੀ ਕਿ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਉਹੀ ਰੱਖ ਸਕਦੇ ਜਿਨ੍ਹਾਂ ਦੇ ਕੋਲ ਤਾਕਤ ਹੈ। ਛੋਟੇ-ਮੋਟੇ ਮੁਲਕਾਂ ਦੇ ਕੋਲ ਤਾਕਤ ਹੈ ਨਹੀਂ ਗੀ। ਤੁਸੀਂ ਹੁਣ ਸ੍ਰੀਲੰਕਾ ਵਾਲਿਆਂ ਨੂੰ ਥੋੜ੍ਹਾ ਕਹਿ ਸਕਦੇ ਤੁਸੀਂ ਅਮਨ ਸ਼ਾਂਤੀ ਰੱਖੋ ਏਸ਼ੀਆ ਦੇ ਵਿੱਚ। ਹਾਂਜੀ। ਉਹਨਾਂ ਦੇ ਤਾਂ ਆਪ ਭੰਗ ਭੁੱਜਦੀ ਹੈ ਜੀ, ਕੁਝ ਨਹੀਂ ਕਰ ਸਕਦੇ। ਅਮਰੀਕਾ ਵਾਲਿਆਂ ਨੂੰ ਕਹੋਗੇ ਤੇ ਜੰਗੀ ਬੇੜਾ ਭੇਜ ਦੇਣਗੇ। ਹਾਂਜੀ। ਇਹਨਾਂ ਦੇ ਕੋਲ ਤਾਕਤ ਹੈਗੀ ਹੈ ਜੀ। ਤਾਂ ਉਸ ਵੇਲੇ ਜਿਹੜੇ ਕਹਿੰਦੇ ਹੁੰਦੇ ਆ ਵੀ ਜਿਹੜਾ ਇਤਿਹਾਸ ਆ ਉਹ ਤਾਂ ਉਹੀ ਲਿਖਦਾ ਜਿਹੜਾ ਜਿੱਤ ਗਿਆ ਜੀ। ਬਿਲਕੁਲ। ਸੋ ਜਿਹੜੀਆਂ ਤਾਕਤਾਂ ਜਿੱਤੀਆਂ, ਇੰਗਲੈਂਡ ਜੇਤੂ ਸੀ, ਐਲਾਈਡ ਪਾਵਰ ਦਾ ਹਿੱਸਾ ਸੀ, ਤੇ ਫਰਾਂਸ ਉਹ ਕਹਿੰਦੇ ਸੀ ਵੀ ਜੇਤੂ ਸਾਡੀ ਸਾਈਡ ਤੇ। ਰਸ਼ੀਆ ਆਬਵੀਅਸਲੀ ਉਹਨਾਂ ਦੀ ਵੱਡੀ ਲੜਾਈ ਹੋਈ ਜਰਮਨੀ ਦੇ ਨਾਲ। ਰਸ਼ੀਆ ਤੇ ਚੀਨ ਵਾਲਿਆਂ ਕਿਉਂਕਿ ਜਾਪਾਨ ਦੇ ਖਿਲਾਫ ਲੜੇ ਸੀ, ਔਰ ਉਸ ਵੇਲੇ ਜਾਪਾਨ ਜਿਹੜਾ ਅਮਰੀਕਾ ਵਾਲਿਆਂ ਦਾ ਮੁੱਖ ਦੁਸ਼ਮਣ ਸੀ ਵਰਲਡ ਵਾਰ 2 ਦੇ ਵਿੱਚ। ਉਹਨਾਂ ਨੇ ਚੀਨ ਨੂੰ ਉਤਸ਼ਾਹਿਤ ਕੀਤਾ 2 ਰੀਜ਼ਨ ਕਰਕੇ। ਇੱਕ ਤਾਂ ਜਾਪਾਨ ਦੇ ਖਿਲਾਫ ਹੈ, ਦੂਸਰਾ ਇਹ ਸਮਝਦੇ ਕਿ ਚਾਂਗ ਕਾਈ ਸ਼ੇਕ ਜਿਹੜਾ ਚੀਨ ਦਾ ਪ੍ਰੈਜ਼ੀਡੈਂਟ ਆ ਉਹ ਪ੍ਰੋ ਅਮਰੀਕਨ ਸੀ, ਜੋ ਅਮਰੀਕਨ ਕਹਿੰਦੇ ਹੁੰਦੇ ਸੀ ਉਹ ਕਰ ਦਿੰਦਾ ਸੀ। ਪਰ ਬਾਅਦ ਦੇ ਵਿੱਚ ਪ੍ਰੋਬਲਮ ਇਹ ਆ ਗਈ ਕਿ ਚਾਂਗ ਕਾਈ ਸ਼ੇਕ ਨੂੰ ਉੱਥੋਂ ਕੱਢ ਦਿੱਤਾ ਉਹਨਾਂ ਨੇ, ਕਮਿਊਨਿਸਟ ਪਾਰਟੀ ਨੇ ਟੇਕ ਓਵਰ ਕਰ ਲਿਆ। ਇਹ ਤਾਂ ਬਾਅਦ ਦੀਆਂ, ਪਰ 1946 ਦੇ ਵਿੱਚ ਇਹ ਗੱਲਾਂ ਨਹੀਂ ਸੋਚ ਸਕਦੇ ਸੀ ਨਾ। ਉਸ ਵੇਲੇ ਤਾਂ ਲੱਗਦਾ ਸੀ ਕਿ ਚਾਂਗ ਕਾਈ ਸ਼ੇਕ ਹੀ ਹਮੇਸ਼ਾ ਪਾਵਰ ਦੇ ਵਿੱਚ ਰਹਿਣਾ। ਹਾਂਜੀ। ਤੇ ਉਹਦੇ ਤੋਂ ਇਲਾਵਾ ਅਮਰੀਕਾ ਵਾਲੇ ਆਬਵੀਅਸਲੀ 5 ਮੁਲਕ ਹੋ ਗਏ। ਇਹਨਾਂ ਨੇ ਕਿਹਾ ਇਹ ਸਿਕਿਉਰਿਟੀ ਕਾਉਂਸਲ ਦੇ ਵੀਟੋ ਮੈਂਬਰਸ ਹੋਣਗੇ ਜਿਨ੍ਹਾਂ ਨੇ ਅਮਨ ਤੇ ਸ਼ਾਂਤੀ ਰੱਖਣ ਲਈ ਇਹਨਾਂ ਦੇ ਕੋਲ ਪਾਵਰ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣੀ ਚਾਹੀਦੀ ਕਿ 195 ਮੁਲਕ ਤਾਂ ਉਹਨਾਂ ਦੇ ਕੋਲ ਸਾਰਿਆਂ ਦੇ ਕੋਲ ਵੀਟੋ ਹੋਵੇ। ਵੀਟੋ ਉਹਨਾਂ ਦੇ ਕੋਲ ਹੀ ਹੋਵੇ ਜਿਹੜੇ ਤਕੜੇ ਮੁਲਕ ਆ। ਸੋ ਤਕੜੇ ਮੁਲਕ 1946 ਦੇ ਵਿੱਚ ਇਹ 5 ਹੀ ਸੀ
ਜਿਹੜੇ ਆਪਣੇ ਆਪ ਨੂੰ ਮਦੱਬਰ ਸਮਝਦੇ ਸੀ। ਵੈਸੇ ਸਿਕਿਉਰਿਟੀ ਕਾਉਂਸਲ ਦੇ ਵਿੱਚ 15 ਹੈ ਮੈਂਬਰ, ਹਾਂਜੀ 10 UN ਅਸੈਂਬਲੀ ਵਾਲੇ 2 ਸਾਲ ਦੇ ਬੇਸਿਸ ਤੇ ਚੁਣਦੇ ਆਪ, ਇਲੈਕਸ਼ਨ ਹੁੰਦੀ ਹੈ ਉਹਨਾਂ ਦੀ 2 ਸਾਲ ਬਾਅਦ, ਤੇ ਉਹ ਜੇ ਰੈਜ਼ੋਲੂਸ਼ਨ ਪਾਸ ਕਰਨਾ ਆ ਤੇ 15 ਦੇ ਵਿੱਚੋਂ ਤੁਹਾਨੂੰ 9 ਮੈਂਬਰ ਚਾਹੀਦੇ ਆਪਣੇ, 6 ਮੈਂਬਰ ਜੇ ਦੂਜੇ ਪਾਸੇ ਵੀ ਹੋਣ ਕੋਈ ਗੱਲ ਨਹੀਂ, ਪਰ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਵੀਟੋ ਮੈਂਬਰ ਜ਼ਰੂਰ ਹੋਣੇ ਚਾਹੀਦੇ, ਤਾਂ ਹੀ ਰੈਜ਼ੋਲੂਸ਼ਨ ਪਾਸ ਹੁੰਦਾ ਹੈ। ਜੇ ਇੱਕ ਵੀ ਵੀਟੋ ਮੈਂਬਰ ਜਿਹੜਾ ਆ ਉਹਦੇ ਖਿਲਾਫ ਹੁੰਦਾ ਤਾਂ ਰੈਜ਼ੋਲੂਸ਼ਨ ਪਾਸ ਨਹੀਂ ਹੁੰਦਾ। ਹਾਂਜੀ ਹੁਣ ਸਮਾਂ ਆ ਗਿਆ ਹੋਰ, ਹੁਣ ਜਿਹੜੇ ਮੁਲਕ ਆ, ਇੰਡੀਆ ਜਿੱਦਾਂ ਸੁਪਰ ਪਾਵਰ ਹੈ, ਬ੍ਰਾਜ਼ੀਲ ਇੱਕ ਪਾਵਰ ਹੈ, ਜਾਪਾਨ ਇੱਕ ਪਾਵਰ ਹੈ, ਜਰਮਨੀ ਜਿਹੜੀ ਕਿ ਦੁਨੀਆ ਦੀ ਦੂਜੀ ਜੰਗ ਦੇ ਵਿੱਚ ਸਾਰਿਆਂ ਨੇ ਇਲਜ਼ਾਮ ਇਹਨਾਂ ਤੇ ਤਾਂ ਲਾਇਆ ਸੀ ਕਿਉਂਕਿ ਇਹਨਾਂ ਨੇ ਲੜਾਈ ਸ਼ੁਰੂ ਕੀਤੀ ਸੀ। ਇਹ ਨਹੀਂ ਕਿ ਜਰਮਨੀ ਮਾੜੀ ਪਾਵਰ ਸੀ, ਉਸ ਵੇਲੇ ਵੀ ਜਰਮਨੀ ਪਾਵਰ ਤਾਂ ਸੀ, ਪਰ ਇਲਜ਼ਾਮ ਇਹਨਾਂ ਤੇ ਇਹ ਸੀ ਕਿ ਤੁਸੀਂ ਵਰਲਡ ਵਾਰ 1 ਵਰਲਡ ਵਾਰ 2 ਸ਼ੁਰੂ ਕੀਤੀ ਹੈ, ਤੇ ਇਸ ਕਰਕੇ ਤੁਹਾਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਰੱਖਿਆ ਨਹੀਂ ਜਾ ਸਕਦਾ। ਹੁਣ ਉਹ ਸਮਝਦੇ ਆ ਕਿ ਅੱਜ ਕੱਲ੍ਹ ਜਰਮਨੀ ਜਿਹੜੀ ਡੈਮੋਕ੍ਰੈਟਿਕ ਕੰਟਰੀ ਆ, ਜਿੱਦਾਂ ਦਾ ਇੰਗਲੈਂਡ ਆ ਉੱਦਾਂ ਦੀ ਜਰਮਨੀ ਆ, ਔਰ ਉਹਨਾਂ ਨੇ ਕੋਈ ਐਗਰੈਸ਼ਨ ਨਹੀਂ ਕੀਤਾ। ਜੇ ਤੁਸੀਂ ਯੂਰਪ ਦੇ ਵਿੱਚ ਅੱਜ ਇਕਨੋਮੀ ਦੇਖਦੇ ਆ ਸਾਰੇ ਦੇਸ਼ਾਂ ਦੀ, ਤਾਂ ਜਰਮਨ ਜਿੰਨੀ ਪਾਵਰਫੁਲ ਇਕਨੋਮੀ ਕੋਈ ਨਹੀਂ। ਉਹ ਸੋ ਇਕਨੋਮੀ ਦੇ ਬੇਸ ਤੇ ਕਮ ਸੇ ਕਮ ਹੁਣ ਪ੍ਰਪੋਜ਼ਲ ਪਹਿਲਾਂ ਇਹ ਸੀ ਕਿ ਬ੍ਰਾਜ਼ੀਲ, ਇੰਡੀਆ, ਜਰਮਨੀ ਤੇ ਜਾਪਾਨ, ਇਹਨਾਂ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਲਿਆ ਜਾਵੇ ਔਰ ਪਰਮਾਨੈਂਟਲੀ ਲਿਆ ਜਾਣਾ ਚਾਹੀਦਾ ਇਹਨੂੰ। ਕੀ ਇਹਨਾਂ ਨੂੰ ਵੀਟੋ ਪਾਵਰ ਦੇਣੀ ਜਾਂ ਨਹੀਂ ਦੇਣੀ ਹੈ, ਪਰ ਮਸਲਾ ਤਾਂ ਆ ਜਾਂਦਾ ਹੁਣ ਕਿ 5 ਮੁਲਕਾਂ ਨੇ ਡਿਸਾਈਡ ਕਰਨਾ, ਜਿਹੜੇ 5 ਮੁਲਕ ਜਿਨ੍ਹਾਂ ਦੇ ਕੋਲ ਵੀਟੋ ਆ ਉਹਨਾਂ ਨੇ ਫੈਸਲਾ ਕਰਨਾ ਕਿ ਇਹਨਾਂ ਨੂੰ ਬਾਕੀਆਂ ਨੂੰ ਵੀਟੋ ਦੇਣੀ ਕਿ ਨਹੀਂ ਦੇਣੀ। ਚੀਨ ਵਾਲੇ ਕਦੇ ਵੀ ਇਹ ਨਹੀਂ ਚਾਹੁੰਦੇ ਕਿ ਇੰਡੀਆ ਦੇ ਕੋਲ ਵੀਟੋ ਹੋਵੇ, ਚੀਨ ਵਾਲੇ ਇਹ ਨਹੀਂ ਕਦੇ ਚਾਹੁੰਦੇ ਕਿ ਜਾਪਾਨ ਦੇ ਕੋਲ ਵੀਟੋ ਹੋਵੇ, ਇੰਗਲੈਂਡ ਵਾਲੇ ਕਦੇ ਇਹ ਨਹੀਂ ਚਾਹੁੰਦੇ ਕਿ ਜਰਮਨੀ ਦੇ ਕੋਲ ਵੀਟੋ ਹੋਵੇ, ਫਰਾਂਸ ਵਾਲੇ ਕਦੇ ਨਹੀਂ ਚਾਹੁੰਦੇ ਕਿ ਜਰਮਨੀ ਦੇ ਕੋਲ ਵੀਟੋ ਹੋਵੇ, ਅਮਰੀਕਾ ਵਾਲੇ ਕਦੇ ਨਹੀਂ ਇਹ ਚਾਹੁੰਦੇ ਕਿ ਬ੍ਰਾਜ਼ੀਲ ਦੇ ਕੋਲ ਵੀ ਵੀਟੋ ਹੋਵੇ। ਹਾਂਜੀ ਸੋ ਇਹ ਪੰਗਾ ਤਾਂ ਇਹ ਹੈ ਵੱਡਾ ਕਿ ਤੁਸੀਂ ਹੁਣ ਜੇ ਫੈਸਲਾ ਕਰਨਾ ਆ, ਜਿਹਦਾ ਚੂਹਿਆਂ ਦੇ ਕੋਲ ਫੈਸਲਾ ਹੋਵੇ ਵੀ ਬਿੱਲੀ ਨੂੰ ਕਿੱਦਾਂ ਕਾਬੂ ਕਰਨਾ, ਤੇ ਕਿਸ ਤਰੀਕੇ ਨਾਲ ਫੈਸਲਾ ਕਰ ਸਕਦੀ ਹੋ ਜੀ। ਹੁਣ ਸਾਡੇ ਜਿਹੜੀ ਸਿਕਿਉਰਿਟੀ ਕਾਉਂਸਲ ਆ, ਇਹਨਾਂ ਦੇ ਕੋਲ ਤਾਂ ਸਾਰਿਆਂ ਦੇ ਕੋਲ ਪਾਵਰ ਹੈ, ਆਪਣੇ ਹੱਥੋਂ ਪਾਵਰ ਕੋਈ ਨਹੀਂ ਛੱਡਣੀ ਚਾਹੁੰਦਾ। ਹਾਂਜੀ ਕੋਈ ਨਹੀਂ ਚਾਹੁੰਦਾ ਕਿ ਇੱਕ ਹੋਰ ਬੰਦਾ ਆ ਕੇ ਸਾਡੇ ਬਰਾਬਰ ਬਹਿ ਜਾਵੇ, ਉਹ ਵੀ ਨਹੀਂ ਚਾਹੁੰਦੇ ਨਾ। ਸੋ ਡੈਮੋਕ੍ਰੈਟਿਕ ਰਿਫਾਰਮ ਦੀ ਗੱਲ ਤਾਂ ਕਰਦੇ ਰਸ਼ੀਆ ਵਾਲੇ, ਪਰ ਇਹ ਪ੍ਰੋਬਲਮ ਇਹ ਆਉਣੀ ਆ ਕਿ ਹੁਣ ਨਵੇਂ ਮੈਂਬਰ ਜਿਹੜੇ ਸ਼ਾਮਲ ਕੀਤੇ ਜਾਣੇ ਆ, ਕੀ ਉਹਨਾਂ ਦੇ ਕੋਲ ਵੀਟੋ ਹੋਵੇ ਜਿੱਦਾਂ ਚੀਨ ਦੇ ਕੋਲ ਆ, ਫਰਾਂਸ ਦੇ ਕੋਲ ਆ, UK ਦੇ ਕੋਲ ਆ, ਰਸ਼ੀਆ ਕੋਲ ਆ, ਅਮਰੀਕਾ ਦੇ ਕੋਲ ਆ। ਪਰ ਹੁਣ ਇੱਕ ਪ੍ਰਪੋਜ਼ਲ ਇਹ ਆ ਕਿ ਇਹਨਾਂ ਨੂੰ ਵੀਟੋ ਨਾ ਦਿੱਤੀ ਜਾਵੇ, ਪਰ ਉਹਦਾ ਸ਼ਾਮਲ ਕਰ ਲਿਆ ਜਾਵੇ ਪਰਮਾਨੈਂਟ ਤੌਰ ਤੇ, ਸਥਾਈ ਤੌਰ ਤੇ ਮੈਂਬਰ ਬਣਾ ਲਿਆ ਜਾਵੇ। ਤੇ ਉਹ ਉੱਥੇ ਇਸ਼ੂ ਆਉਂਦੀ ਹੈ ਕਿ ਜੇ ਸਾਨੂੰ ਤੁਸੀਂ ਪਾਵਰ ਦੇ ਵਿੱਚ ਸਿਕਿਉਰਿਟੀ ਕਾਉਂਸਲ ਦੇ ਵਿੱਚ ਰੱਖਣਾ, ਸਾਡੇ ਤੋਂ ਵੀਟੋ ਹੀ ਹੈ ਨਹੀਂ, ਤੇ ਫਿਰ ਸਾਡੀ ਵੋਟ ਕੁਛ ਨਹੀਂ। ਹਾਂਜੀ ਤੁਹਾਡੇ ਚੋਂ ਇੱਕ ਬੰਦਾ, ਇੱਕ ਦੇਸ਼ ਮਾੜਾ ਜਿਹਾ ਕਹਿੰਦਾ ਮੈਂ ਰੈਜ਼ੋਲੂਸ਼ਨ ਹੀ ਪਾਸ ਹੋਣ ਦੇਣਾ, ਤਾਂ ਸਾਡੇ ਉੱਥੇ ਬੈਠਿਆਂ ਦਾ ਫਾਇਦਾ ਕੀ ਹੈ ਜੀ। ਹੁਣ ਅਫਰੀਕਾ ਵਾਲੇ ਰੌਲਾ ਪਾਉਂਦੇ ਕਿ ਸਾਡਾ ਵੀ ਇੱਕ ਦੇਸ਼ ਹੋਣਾ ਚਾਹੀਦਾ। ਇਸ ਵੇਲੇ ਯੂਰਪੀਅਨ ਕੰਟੀਨੈਂਟ ਦੇ 3 ਦੇਸ਼ ਆ ਜਿਹੜੇ ਸਿਕਿਉਰਿਟੀ ਕਾਉਂਸਲ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚੋਂ ਇੱਕ ਆ, ਤੇ ਏਸ਼ੀਆ ਦੇ ਵਿੱਚੋਂ ਇੱਕ ਆ ਚੀਨ ਵਾਲੇ। ਉਹ ਕਹਿੰਦੇ ਜੇ ਜਾਪਾਨ ਤਾਂ ਇੰਡੀਆ ਇਨਕਲੂਡ ਕੀਤੇ ਆ, ਸੋ ਏਸ਼ੀਆ ਦੇ ਵਿੱਚ 3 ਹੋ ਜਾਣੇ ਆ। ਸਾਨੂੰ ਅਫਰੀਕਾ ਦੇ ਵਿੱਚੋਂ ਕੋਈ ਮੁਲਕ ਲਾਓ। ਹੁਣ ਅਫਰੀਕਾ ਦੇ ਵਿੱਚ 2 ਮੁਲਕ ਖਾਸ ਤੌਰ ਤੇ ਇਹ ਆਪਣਾ ਆਪਣਾ ਪੱਖ ਪੇਸ਼ ਕਰਦੇ ਆ। ਈਜਿਪਟ ਵਾਲੇ ਚਾਹੁੰਦੇ ਆ ਕਿਉਂਕਿ ਈਜਿਪਟ ਇੱਕ ਵੱਡਾ ਦੇਸ਼ ਆ, ਦੂਸਰੇ ਸਾਊਥ ਅਫਰੀਕਾ ਵਾਲੇ ਚਾਹੁੰਦੇ ਆ। ਉਹ ਕਹਿੰਦੇ ਕਿ ਅਸੀਂ ਤਾਕਤਵਰ ਹਾਂ, ਉਹਨਾਂ ਦੀ ਆਰਮੀ ਵੀ ਤਕੜੀ ਆ, ਉਹਨਾਂ ਦੀ ਮਿਲਟਰੀ ਤੌਰ ਤੇ ਉਹ ਤਕੜੀ ਪਾਵਰ ਹੈ, ਉਹਨਾਂ ਦੀ ਆਰਥਿਕ ਪਾਵਰ ਵੀ ਤਕੜੀ ਹੈ। ਪਰ ਈਜਿਪਟ ਵਾਲੇ ਚਾਹੁੰਦੇ ਆ ਕਿ ਅਫਰੀਕਾ ਦੀ ਜੇ ਸਿਵਲਾਈਜੇਸ਼ਨ ਦੇਖਿਆ ਜਾਵੇ, ਸਭ ਤੋਂ ਪਹਿਲਾਂ ਸਾਡੇ ਸ਼ੁਰੂ ਹੋਈ ਆ, ਅਸੀਂ ਵੱਡਾ ਮੁਲਕ ਆ, ਅਸੀਂ ਅਫਰੀਕਾ ਨੂੰ ਰੈਪਰਜੈਂਟ ਕਰਾਂਗੇ, ਨੁਮਾਇੰਦਗੀ ਜੇ ਕਰਨੀ ਹੈ।
ਸੋ ਇੱਕ ਤਾਂ ਜਿਹੜੇ ਦੇਸ਼ ਆ ਜਿਨ੍ਹਾਂ ਦੇ ਕੋਲ ਵੀਟੋ ਪਾਵਰ ਆ ਕੀ ਉਹ ਅਲਾਉ ਕਰਨਗੇ ਐਕਸਪੈਂਸ਼ਨ ਲਈ। ਦੂਸਰੀ ਵੱਡੀ ਗੱਲ ਹੋਣੀ ਹੈ ਕਿ ਆਪਸ ਵਿੱਚ ਵੀ ਇਹ ਸਹਿਮਤ ਹੋਣ ਵੀ ਕਿਹੜਾ ਮੁਲਕ ਆ ਜਿਹੜਾ ਜਾਊਗਾ। ਹਾਂਜੀ, ਹਰ ਇੱਕ ਮੁਲਕ ਇਹ ਚਾਹੁੰਦਾ ਕਿ ਅਸੀਂ ਵੀ ਸਿਕਿਉਰਿਟੀ ਕੌਂਸਲ 'ਚ ਬੈਠੀਏ, ਪਰ ਇਹਨਾਂ ਦੇ ਵਿੱਚੋਂ ਕਿਹੜਾ ਅੱਗੇ ਜਾਊਗਾ ਤੇ ਫਿਰ ਉਹਨਾਂ ਨੂੰ ਕੀ ਉਹ ਸੈਟਿਸਫਾਈਡ ਆ ਵੀ ਵੀਟੋ ਤੋਂ ਬਿਨਾਂ ਹੀ ਉਹਨਾਂ ਨੂੰ ਸਿਕਿਉਰਿਟੀ ਕੌਂਸਲ ਦੇ ਮੈਂਬਰ ਹੋਣਾ ਆ। ਹੁਣ ਇਸ ਵੇਲੇ ਇੰਡੀਆ ਸਿਕਿਉਰਿਟੀ ਕੌਂਸਲ ਦਾ ਮੈਂਬਰ ਆ ਕਿਉਂਕਿ ਚੁਣ ਕੇ ਗਏ ਆ ਉੱਥੋਂ। ਸਿਕਿਉਰਿਟੀ ਕੌਂਸਲ ਨੇ ਜਨਰਲ ਅਸੈਂਬਲੀ ਨੇ ਇਹਨਾਂ ਨੂੰ 2 ਸਾਲ ਲਈ ਚੁਣਿਆ ਸੀ, ਪਰ ਉੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਜੇ ਚੀਨ ਵਾਲੇ ਜਾਂ 5 ਮੁਲਕਾਂ ਦੇ ਵਿੱਚੋਂ ਕੋਈ ਕਹਿੰਦਾ ਸਾਡੀ ਵੀਟੋ। ਹਾਂਜੀ, 14 ਮੁਲਕ ਇੱਕ ਪਾਸੇ ਹੋ ਜਾਣ, ਇੱਕ ਮੁਲਕ ਕਹਿੰਦਾ ਕਿ ਅਸੀਂ ਵੀਟੋ ਯੂਜ਼ ਕਰਦੇ ਹਾਂ, ਅਸੀਂ ਨਹੀਂ ਰੈਜ਼ੋਲੂਸ਼ਨ ਪਾਸ ਹੋਣ ਦੇਣਾ। 15 ਦੀ ਬਜਾਏ ਤੁਹਾਡੇ 25 ਮੈਂਬਰ ਵੀ ਹੋਣ, 20 ਹੋਣ, ਤੇ ਰੈਜ਼ੋਲੂਸ਼ਨ ਤਾਂ ਹੀ ਪਾਸ ਹੋਣੇ ਜੇ 5 ਦੇ 5 ਵੀਟੋ ਪਾਵਰ ਸਹਿਮਤ ਹੋਣ। ਹਾਂਜੀ, ਸੋ ਰਿਫਾਰਮ ਕਿੱਦਾਂ ਕਰ ਸਕਦੇ, ਕਿਸ ਤਰੀਕੇ ਨਾਲ ਕਰ ਸਕਦੇ ਆ। ਰਸ਼ੀਆ ਨੇ ਤਾਂ ਇਹ ਕਹਿਤਾ ਕਿ ਇੰਡੀਆ ਵੀ ਖੁਸ਼ ਹੋਵੇ, ਜਾਪਾਨ ਵੀ ਖੁਸ਼ ਹੋਵੇ, ਬ੍ਰਾਜ਼ੀਲ ਵੀ ਖੁਸ਼ ਹੋਵੇ, ਸਾਊਥ ਅਫਰੀਕਾ ਵਾਲੇ ਵੀ ਖੁਸ਼ ਹੋਣ। ਇਸ ਕਰਕੇ ਉਹ ਕਹਿੰਦੇ ਕਿ ਡੈਮੋਕ੍ਰੈਟਿਕ ਰਿਫਾਰਮ ਹੋਣਾ ਚਾਹੀਦਾ। ਹਾਂਜੀ, ਕਿੱਦਾਂ ਹੋਣਾ ਚਾਹੀਦਾ ਇਹ ਤੇ ਚੁੱਕਿਆ ਵੀ। ਹਾਂਜੀ, ਇਸ ਬਾਰੇ ਨਹੀਂ ਕੋਈ ਵੀ ਉਹਨਾਂ ਦੀ ਡਿਟੇਲਸ ਨਹੀਂ ਹੈਗੀਆਂ, ਇਸ ਬਾਰੇ ਕੋਈ ਡਿਟੇਲਸ ਹੈ ਹੀ ਨਹੀਂ। ਜੀ ਬਿਲਕੁਲ। ਡਾਕਟਰ ਸਾਹਿਬ, ਰੁਖ ਕਰਦੇ ਹਾਂ ਹੁਣ ਅਗਲੀ ਖਬਰ ਵੱਲ। ਤੇਲ ਦੇ ਮਾਮਲੇ ਦੇ ਵਿੱਚ ਰਸ਼ੀਆ ਨੇ ਸਾਊਦੀ ਅਰਬ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਹੁਣ ਅਰਬ ਦੇਸ਼ਾਂ ਦੇ ਵਿੱਚ ਵੀ ਸੰਕਟ ਡੂੰਘਾ ਹੋ ਰਿਹਾ। ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਤੇਲ ਦੀਆਂ ਕੀਮਤਾਂ ਬਹੁਤ ਦੇਰ ਥੱਲੇ ਰਹੀਆਂ, ਇਸ ਕਰਕੇ ਬਹੁਤ ਦੇਸ਼ ਜਿਹੜੇ ਆਇਲ ਐਕਸਪੋਰਟਿੰਗ ਕੰਟਰੀਜ਼ ਹਨ ਉਹਨਾਂ ਦੀ ਆਰਥਿਕ ਤੰਗੀ ਵੀ ਆਈ ਉਹਨਾਂ ਨੂੰ ਕਿ ਵੱਡੇ ਵੱਡੇ ਪ੍ਰੋਜੈਕਟ ਆ ਉਹਨਾਂ ਦੇ ਉਹ ਪੂਰੇ ਨਹੀਂ ਹੋ ਸਕੇ। ਤੇ ਇਸ ਵੇਲੇ ਰਸ਼ੀਆ ਨੂੰ ਲੋੜ ਪੈ ਗਈ ਕਿਉਂਕਿ ਉਹਨੇ ਲੜਾਈ ਲੜੀ। ਹਾਂਜੀ, ਉਹਨਾਂ ਨੇ ਦੇਖੋ ਜਿਹੜੇ ਮੁਲਕਾਂ ਦੇ ਵਿੱਚ ਪਹਿਲਾਂ ਸਾਊਦੀ ਅਰੇਬੀਆ ਵਾਲੇ ਆਇਲ ਵੇਚਦੇ ਹੁੰਦੇ ਸੀ, ਹੁਣ ਇੱਕ ਗੱਲ ਤਾਂ ਦੇਖੀ ਜਾਵੇ ਤੇ ਤੁਸੀਂ ਦੇਖਦੇ ਕਿ $100 ਦੇ ਕਰੀਬ ਇੱਕ ਬੈਰਲ ਦੀ ਕੀਮਤ ਹੈ। ਇੰਟਰਨੈਸ਼ਨਲੀ ਜਿਨ੍ਹਾਂ ਮੁਲਕਾਂ ਨੇ ਬਹੁਤ ਸਾਰਾ ਆਇਲ ਖਰੀਦਣਾ ਹੁੰਦਾ ਨਾ, ਤੇਲ ਖਰੀਦਣਾ, ਉਹਨਾਂ ਦੇ ਕੋਲ ਇਹ ਵੀ ਚੁਆਇਸ ਹੈ ਵੀ ਮੁਲਕ A ਤੋਂ ਖਰੀਦਿਆ ਜਾਵੇ ਜਾਂ B ਤੋਂ ਖਰੀਦਿਆ ਜਾਵੇ। ਹਾਂਜੀ, ਇਹ ਦੇਖਦੇ ਰਹਿੰਦੇ ਕਿ ਸਾਨੂੰ ਅਸੀਂ ਪੈਸੇ ਤਾਂ ਹੀ ਮਿਲਣਗੇ ਜੇ ਕਿ ਤੁਹਾਨੂੰ ਖਰੀਦਣ ਵਾਲਾ ਕੋਈ ਹੋਊਗਾ। ਹਾਂਜੀ, ਖਰੀਦਦਾਰ ਦਾ ਹੋਣਾ ਜ਼ਰੂਰੀ ਹੈ। ਖਰੀਦਦਾਰ ਹੋਣਾ। ਹੁਣ ਇੰਡੀਆ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੌਕਾ ਮਿਲ ਗਿਆ ਕਿ ਰਸ਼ੀਆ ਵਾਲਿਆਂ ਦਾ ਸਸਤੇ ਤੋਂ ਸਸਤਾ ਜਿਹੜਾ ਆਇਲ ਹੈ ਮਿਲਦਾ। ਹਾਂਜੀ, $100 ਤੋਂ ਵੱਧ ਆਇਲ ਦੀ ਕੀਮਤ ਸੀ ਅਪ੍ਰੈਲ ਮਈ ਦੇ ਵਿੱਚ, ਤੇ ਇੰਡੀਆ ਵਾਲਿਆਂ ਨੂੰ ਉਹ ਦਿੰਦੇ ਸੀ $30 ਦਾ। ਹੁਣ ਇੱਕ ਖਬਰ ਇਹ ਵੀ ਆਈ ਕਿ ਜੂਨ ਦੇ ਵਿੱਚ ਉਹਨਾਂ ਨੇ $16 ਤਾਈਂ ਥੱਲੇ ਚੱਲ ਗਏ ਸੀ। ਹਾਂਜੀ, ਤੇ ਇਹਦੇ ਨਾਲ ਇੰਪੈਕਟ ਇਹ ਵੀ ਪਿਆ ਕਿ ਸਾਊਦੀ ਅਰੇਬੀਆ ਵਾਲਿਆਂ ਨੇ ਉਨੀ ਕੀਮਤ ਨਹੀਂ ਘਟਾਈ, ਇਰਾਕ ਵਾਲਿਆਂ ਨੇ ਘਟਾਤੀ। ਹਾਂਜੀ, ਇਰਾਕ ਵਾਲੇ ਇੰਡੀਆ ਦਾ ਮੇਜਰ ਸਪਲਾਇਰ, ਪਹਿਲਾਂ ਤਾਂ ਸਭ ਤੋਂ ਵੱਡੇ ਸਪਲਾਇਰ ਉਹ ਹੀ ਸੀ। ਇਸ ਵੇਲੇ ਉਹ ਰਸ਼ੀਆ ਤੋਂ ਦੂਜੇ ਨੰਬਰ ਤੇ ਇਰਾਕ ਵਾਲੇ ਆ। ਹਾਂਜੀ, ਉਹ ਵੀ ਇਸ ਕਰਕੇ ਆ ਕਿ ਉਹਨਾਂ ਨੇ ਆਪਣੇ ਆਇਲ ਦੀ ਕੀਮਤ ਕਾਫੀ ਘਟਾਈ। ਹਾਂਜੀ, ਸੋ ਜੇ ਤੁਸੀਂ ਗਾਹਕ ਰੱਖਣੇ ਆ ਨਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇ ਤੁਹਾਨੂੰ ਸਸਤੀ ਭਾਅ ਵੇਚਣੀ ਪੈਂਦੀ ਚੀਜ਼। ਹਾਂਜੀ, ਕੀਮਤਾਂ ਘਟਾਉਣੀਆਂ ਪੈਣੀਆਂ ਔਰ ਖਾਸ ਤੌਰ ਤੇ ਅੱਜ ਕੱਲ ਕੰਪੀਟੀਸ਼ਨ ਕਿਉਂਕਿ ਰਸ਼ੀਆ ਨੇ ਜ਼ਿਆਦਾ ਕੰਪੀਟ ਕਰਨਾ ਸ਼ੁਰੂ ਕਰ ਦਿੱਤਾ ਨਾ। ਹਾਂਜੀ, ਉਹਨਾਂ ਨੂੰ ਤਾਂ ਲੋੜ ਹੈ ਇਸ ਵੇਲੇ ਪੈਸੇ ਦੀ। ਜੀ, ਇਹ ਦੂਸਰੀ ਲੋੜ ਹੈ ਉਹਨਾਂ ਨੂੰ ਕਿ ਸਾਡਾ ਤੇਲ ਕੋਈ ਖਰੀਦਣ ਵਾਲੇ ਵੀ ਹੋਣ, ਖਰੀਦਦਾਰਾਂ ਦੀ ਵੀ ਜ਼ਰੂਰਤ ਹੈ। ਤੇ ਜਿਸ ਹਿਸਾਬ ਦੇ ਨਾਲ ਉਹ ਇੰਡੀਆ ਦੀ ਮਾਰਕੀਟ ਦੇ ਵਿੱਚ ਬੜੇ ਆ, ਚਾਈਨਾ ਦੀ ਮਾਰਕੀਟ ਦੇ ਵਿੱਚ ਬੜੇ ਆ, ਉਹਦੇ ਨਾਲ ਖਤਰਾ ਹੋ ਗਿਆ ਸਾਊਦੀ ਅਰੇਬੀਆ ਨੂੰ ਕਿ ਇਹ ਜਿਹੜੇ ਟ੍ਰੈਡੀਸ਼ਨਲੀ ਸਾਡੇ ਤੋਂ ਖਰੀਦਦੇ ਹੁੰਦੇ ਸੀ, ਹੁਣ ਇਹ ਸਸਤਾ ਆਇਲ ਜਿਹੜਾ ਰਸ਼ੀਆ ਤੋਂ ਲੈ ਰਿਹਾ। ਹਾਂਜੀ, ਹੁਣ ਜਿਹੜਾ ਰਸ਼ੀਅਨ ਆਇਲ ਆ ਉਹਨੂੰ ਰਿਫਾਈਨ ਕਰਨ ਲਈ ਵੀ ਸਪੈਸ਼ਲ ਰਿਫਾਈਨਰੀਜ਼ ਚਾਹੀਦੀਆਂ, ਉਹ ਇੰਡੀਆ ਤੋਂ ਹੈਗੀਆਂ। ਹਾਂਜੀ, ਸੋ ਇੰਡੀਆ ਵਾਲਿਆਂ ਨੂੰ ਮੌਜ ਇਸ ਗੱਲ ਦੀ ਵੀ ਲੱਗੀ ਹੈ ਕਿ ਰਸ਼ੀਆ ਵਾਲਿਆਂ ਦੀ ਨੈਸੈਸਿਟੀ ਆ, ਜ਼ਰੂਰਤ ਉਹਨਾਂ ਦੀ ਬਣੀ ਹੈ ਕਿ ਆਇਲ ਜਿਹੜਾ ਸਸਤਾ ਬਾਹਰ ਭੇਜਿਆ ਜਾਵੇ। ਤੇ ਇਸ ਗੱਲ ਦਾ ਫਾਇਦਾ ਆ ਇੰਡੀਆ ਵਾਲਿਆਂ ਨੂੰ ਕਿ ਮੌਕਾ ਮਿਲ ਗਿਆ ਉਹਨਾਂ ਨੂੰ ਮਿਡਲ ਈਸਟ ਦੇ ਵਿੱਚ ਬਿਡਿੰਗ ਵਾਰ ਸ਼ੁਰੂ ਕਰਨ ਦਾ। ਹਾਂਜੀ, ਜੇ ਸਾਨੂੰ ਆਇਲ ਦੇਣਾ ਆ ਤਾਂ ਸਸਤਾ ਕਰਕੇ ਰਸ਼ੀਆ ਦੇ ਭਾਅ ਵੇਚੋ ਸਾਨੂੰ। ਹਾਂਜੀ, ਇਰਾਕ ਵਾਲਿਆਂ ਨੇ ਤਾਂ ਤਕਰੀਬਨ ਉਹ ਵੈਸੇ ਕਲੋਜ਼ ਹੀ ਆ ਗਏ।
ਜੀ ਉਹਨਾਂ ਸਸਤਾ ਤਾਂ ਨਹੀਂ ਅਜੇ ਵੀ ਜਿੰਨਾ ਰਸ਼ੀਆ ਵਾਲਿਆਂ ਨੇ ਦਿੱਤਾ, ਪਰ ਉਹਨਾਂ ਨੇ ਬਿਲਕੁਲ ਸਾਊਦੀ ਅਰੇਬੀਆ ਉਹਨਾਂ ਦੇ ਮੁਕਾਬਲਾ ਨਹੀਂ ਕਰ ਸਕਦਾ। ਹਾਂਜੀ ਇਰਾਕ ਵਾਲਿਆਂ ਨੂੰ ਵੀ ਹੁਣ ਇਸ ਵੇਲੇ ਲੋੜ ਹੈ ਪੈਸੇ ਦੀ, ਕਿਉਂਕਿ ਰੀਕਨਸਟਰਕਸ਼ਨ ਹੋ ਰਹੀ ਨਾ ਉੱਥੇ। ਹਾਂਜੀ ਤਾਂ ਉਹ ਵੀ ਗਾਹਕ ਛੱਡਣਾ ਨਹੀਂ ਚਾਹੁੰਦੇ। ਜੀ ਹੁਣ ਗਾਹਕਾਂ ਨੂੰ ਫੰਡ ਲਈ ਭਾਵੇਂ ਆਇਲ ਦੀ ਪ੍ਰਾਈਸ ਜਿਹੜੀ ਇੰਟਰਨੈਸ਼ਨਲ ਮਾਰਕੀਟ ਤੇ ਇੱਕ ਗੱਲ ਹੈ, ਪਰ ਗਾਹਕਾਂ ਨੂੰ ਰੱਖਣ ਲਈ ਕੀਮਤ ਘਟਾਉਣੀ ਪੈਂਦੀ ਹੈ ਹਰ ਇੱਕ ਦੇਸ਼ ਨੂੰ। ਜੀ ਬਿਲਕੁਲ। ਤੇ ਇਰਾਕ ਵਾਲਿਆਂ ਨੇ ਕਰਤੀ ਹੈ, ਰਸ਼ੀਆ ਵਾਲੇ ਕਰਤੀ। ਹਾਂਜੀ ਤੇ ਸਾਊਦੀ ਅਰੇਬੀਆ ਜਿਹੜੇ ਟ੍ਰੈਡੀਸ਼ਨਲੀ ਹੁੰਦੇ ਸੀ ਉਹਨਾਂ ਨੂੰ ਘਾਟਾ ਪੈ ਰਿਹਾ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਸਾਊਦੀ ਅਰਬ ਨੂੰ ਕਾਫੀ ਜ਼ਿਆਦਾ ਘਾਟਾ ਪੈ ਰਿਹਾ। ਅੱਜ ਦਾ ਵਿਚਾਰ, ਹਾਂਜੀ ਅੱਜ ਦਾ ਵਿਚਾਰ ਹੈ ਡਾਕਟਰ ਸਾਹਿਬ ਕਿ ਔਖੇ ਸਮੇਂ 'ਚ ਜਦੋਂ ਕੋਈ ਰਸਤਾ ਨਜ਼ਰ ਨਾ ਆਵੇ ਤਾਂ ਜਿਹੜਾ ਰਸਤਾ ਗੁਰੂ ਘਰ ਵੱਲ ਨੂੰ ਜਾਂਦਾ ਉਸ ਨੂੰ ਚੁਣ ਲਵੋ, ਉੱਥੇ ਜਾ ਕੇ ਬਾਕੀ ਸਾਰੇ ਰਸਤੇ ਵੀ ਮਿਲ ਜਾਣਗੇ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਕੱਲ ਨੂੰ ਫੇਰ ਮੁਲਾਕਾਤ ਹੋਏਗੀ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। 6045929191 ਹੈ ਜੀ ਸਟੂਡੀਓ ਦਾ ਨੰਬਰ। ਜੇਕਰ ਤੁਸੀਂ ਆਪਣੇ ਬਿਜ਼ਨਸ 'ਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਇੱਕ ਵਾਰੀ ਐਡਵਰਟਾਈਜ਼ ਕਰਕੇ ਜ਼ਰੂਰ ਦੇਖੋ। ਐਡਵਰਟਾਈਜ਼ਮੈਂਟ ਦੇ ਲਈ ਸਾਡੇ ਕੋਲ ਸਪੈਸ਼ਲ ਪੈਕੇजेस ਨੇ। ਅਸੀਂ ਤੁਹਾਡੇ ਬਜਟ ਦੇ ਵਿੱਚ ਵੀ ਤੁਹਾਡੇ ਲਈ ਪੈਕੇਜ ਬਣਾ ਦਿੰਦੇ ਆ। ਇਸ ਸੰਬੰਧੀ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਨੂੰ ਸਾਡੇ ਆਫਿਸ ਦੇ ਨੰਬਰ ਤੇ ਕਾਲ ਕਰ ਸਕਦੇ ਹੋ 6045929494 ਤੇ 604592 9494 ਤੇ।